संगत ते धन धन श्री गुरु ग्रंथ साहब जी बख्शन हो गए, बख्श लेना जी। वाहिगुरु जी का खालसा, वाहिगुरु जी की फतेह। वाहिगुरु 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 जी का खालसा, वाहिगुरु जी की फतेह। सो हुण बेनती करते हाँ भाई सुरखाब सिंह जी के चरणों में 10 मिनट वास्ते कीर्तन राही एक शब्द की हाज़री भरनगे। सो आओ जिन्नी देर तक गुरमुख पहुँचते हैं आपां गुरु का शब्द दृढ़ करिए जी। वाहिगुरु 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 जी का खालसा, वाहिगुरु जी की फतेह। मेरे सतगुरा मैं तुझ बिन आविर न कोई। मेरे सतगुरा मैं तुझ बिन आविर न कोई। मेरे सतगुरा मैं तुझ बिन आविर न कोई। मैं तुझ बिन आविर न कोई। मेरे सतगुरा मैं तुझ बिन आविर न कोई। हम मूरख मुगत शरणागति कर कृपा मिले हर सोय। कर कृपा मिले हर सोय। मेरे सतगुरा मैं तुझ बिन आविर न कोई। मैं तुझ बिन आविर न कोई। मैं मन तन बिर हूँ अत अगला, क्यों
ਪ੍ਰੀਤਮ ਮਿਲੈ ਕਰ ਆਏ। ਮੈਂ ਮਨ ਤਨ ਬਿਰਹੂੰ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਕਰ ਆਏ। ਜਾਨ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖੀਏ ਦੁੱਖ ਸਭ ਜਾਏ। ਪ੍ਰਭ ਦੇਖੀਏ ਦੁੱਖ ਸਭ ਜਾਏ। ਪ੍ਰਭ ਦੇਖੀਏ ਦੁੱਖ ਸਭ ਜਾਏ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਤੁਝ ਬਿਨ ਆਵਰ ਨ ਕੋਇ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਮਨ ਤਨ ਬਿਰਹੂੰ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਕਰ ਆਏ। ਜਾਨ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖੀਏ ਦੁੱਖ ਸਭ ਜਾਏ। ਪ੍ਰਭ ਦੇਖੀਏ ਦੁੱਖ ਸਭ ਜਾਏ। ਜਾਏ ਪੁੱਛਾਂ ਤਿਨ ਸਜਣਾ, ਜਾਏ ਪੁੱਛਾਂ ਤਿਨ ਸਜਣਾ। ਪ੍ਰਭ ਕਿਤ ਬਿਦ ਮਿਲੈ ਮਿਲਾਏ। ਪ੍ਰਭ ਕਿਤ ਬਿਦ ਮਿਲੈ ਮਿਲਾਏ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਤੁਝ ਬਿਨ ਆਵਰ ਨ ਕੋਇ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਤੁਝ ਬਿਨ ਆਵਰ ਨ ਕੋਇ। ਹਮ ਮੂਰਖ ਮੁਗਧ ਸ਼ਰਨਾਗਤੀ, ਕਰ ਕਿਰਪਾ ਮਿਲੇ ਹਰ ਸੋਇ। ਕਰ ਕਿਰਪਾ ਮਿਲੇ ਹਰ ਸੋਇ। ਕਰ ਕਿਰਪਾ ਮਿਲੇ ਹਰ ਸੋਇ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਤੁਝ ਬਿਨ ਆਵਰ ਨ ਕੋਇ। ਮੈਂ ਤੁਝ ਬਿਨ ਆਵਰ ਨ ਕੋਇ। सतगुर दाता हर नाम का, प्रभ आप मिलावै सोए। सतगुर दाता हर नाम का, प्रभ आप मिलावै सोए। सतगुर हर प्रभ बूझिया,
ਜੇ ਵਡਿਆ ਵੇਰ ਨ ਕੋਏ, ਗੁਰ ਜੇ ਵਡਿਆ ਵੇਰ ਨ ਕੋਏ। ਹਉ ਗੁਰ ਸਰਨਾਈ ਟੈ ਪਵਾਂ, ਹਉ ਗੁਰ ਸਰਨਾਈ ਟੈ ਪਵਾਂ। ਕਰ ਦਇਆ ਮਿਲੈ ਹਰਿ ਸੋਏ, ਕਰ ਦਇਆ ਮਿਲੇ ਹਰਿ ਸੋਏ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ, ਮੈਂ ਤੁਝ ਬਿਨ ਆਵਰ ਨ ਕੋਇ। ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨ ਕੋਇ। ਹਮ ਮੂਰਖ ਮੁਗਧ ਸ਼ਰਨਾਗਤੀ, ਕਰ ਕਿਰਪਾ ਮਿਲੇ ਹਰਿ ਸੋਇ, ਕਰ ਕਿਰਪਾ ਮਿਲੇ ਹਰਿ ਸੋਇ, ਕਰ ਕਿਰਪਾ ਮਿਲੇ ਹਰਿ ਸੋਇ। ਮਨ ਹਠ ਕੀਨੇ ਨਾ ਪਾਇਆ, ਕਰ ਉਪਾਵਤ ਕੇ ਸਭ ਕੋਏ। ਸਹਸ ਸਿਆਣਪ ਕਰ ਰਹੇ, ਮਨ ਕੋਰ ਰੰਗ ਨਾ ਹੋਏ। ਸਹਸ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
कपट किन ना पायो, कूड़ कपट किन ना पायो, जो बीज खावे सोए, जो बीज खावे सोए, मेरे सतगुरा मैं तुझ बिन अवर न कोय, मैं तुझ बिन अवर न कोय, मेरे सतगुरा मैं तुझ बिन अवर न कोय, मैं तुझ बिन अवर न कोय। हम मूरख मुगद शरनागति, कर कृपा मिले हर सोय, कर कृपा मिले हर सोय, मेरे सतगुरा मैं तुझ बिन अवर न कोय, मैं तुझ बिन अवर न कोय। वाहिगुरु जी का खालसा, वाहिगुरु जी की फतेह। वाहिगुरु 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 जी का खालसा, वाहिगुरु जी की फतेह। सो गुरमुख प्यारिਓ, ਹੁਣ ਆਪਣਾ ਸਮਾਂ ਹੋ ਗਿਆ ਹੈ ਮਹਾਂਪੁਰਸ਼ਾਂ ਪਾਸੋਂ ਅਕਥ ਦੀ ਵਿਚਾਰ ਸਰਵਣ ਕਰਨ ਦਾ। ਸੋ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਬਾਨੀ ਬ੍ਰਹਮ ਗਿਆਨ ਕੇਂਦਰ, ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸਾਰਾ ਪਰਿਵਾਰ ਇੱਥੇ ਇਕੱਤਰ ਹੋਏ ਬੈਠੇ ਹਾਂ। ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ, ਉਹਨਾਂ ਦਾ ਹੀ ਰੂਪ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਤਿੰਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਟੇਜ 'ਤੇ ਆ ਕੇ ਸੰਗਤਾਂ ਨੂੰ ਅਕਥ ਦੀ ਵਿਚਾਰ ਸਰਵਣ ਕਰਵਾਉਣਗੇ ਜੀ। ਸੋ ਆਓ, ਵਾਹਿਗੁਰੂ ਵਾਹਿਗੁਰੂ। ਸੋ ਆਓ, ਜਿੰਨੀ ਦੇਰ ਗੁਰਮੁਖ ਪਿਆਰੇ ਪਹੁੰਚਦੇ ਹਨ ਆਪਾਂ ਸਾਰੇ ਮਿਲ ਕੇ ਗੁਰੂ ਦਾ ਸ਼ਬਦ ਦ੍ਰਿੜ ਕਰੀਏ ਜੀ। ਇੱਕ ਬੇਨਤੀ ਹੈ ਸਮੂਹ ਸੰਗਤ ਦੇ ਚਰਨਾਂ ਵਿੱਚ ਕਿ ਕਿਸੇ ਕੋਲ ਵੀ ਮੋਬਾਈਲ ਫੋਨ ਨਾ ਹੋਵੇ। ਜੇ ਕਿਸੇ ਕੋਲ ਗਲਤੀ ਨਾਲ ਆਇਆ ਵੀ ਹੈ ਤਾਂ ਕਿਰਪਾ ਕਰਕੇ ਉਹਨੂੰ ਸਾਇਲੈਂਟ 'ਤੇ ਕਰ ਲਓ ਜਾਂ ਬੰਦ ਕਰ ਲਓ। ਮੋਬਾਈਲ ਫੋਨ ਦੀ ਕਿਸੇ ਦੀ ਵੀ ਘੰਟੀ ਦੀਵਾਨ ਹਾਲ ਵਿੱਚ ਨਹੀਂ ਵੱਜਣੀ ਚਾਹੀਦੀ, ਇਹ ਬੇਨਤੀ ਪ੍ਰਵਾਨ ਕਰਿਓ ਜੀ। ਸੋ ਆਓ, ਜਿੰਨੀ ਦੇਰ ਤੱਕ ਗੁਰਮੁਖ ਪਹੁੰਚਦੇ ਹਨ ਆਪਾਂ ਸਾਰੇ ਗੁਰੂ ਦਾ ਸ਼ਬਦ ਦ੍ਰਿੜ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। सहज चारिए
ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਆਪਾਂ ਸਾਰਾ ਪਰਿਵਾਰ ਜੋ ਸਤਿਗੁਰੂ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ ਕਿ ਆਪਾਂ ਨੂੰ ਸੱਚੀ ਸੰਗਤ ਬਖਸ਼ਿਸ਼ ਹੋਈ ਹੈ। ਕਿਉਂਕਿ ਗੁਰਮੁਖਾਂ ਪਾਸੋਂ ਆਪਾਂ ਰਾਜ ਸਰਵਣ ਕੀਤਾ ਕਿ ਵੱਡੇ ਭਾਗਾਂ ਨਾਲ ਇਹ ਮਾਨਸ ਜਨਮ ਸਾਨੂੰ ਮਿਲਦਾ ਹੈ। ਵੱਡੇ ਭਾਗਾਂ ਦੇ ਨਾਲ ਸੱਚੀ ਸੰਗਤ ਸਾਨੂੰ ਮਿਲਦੀ ਹੈ। ਪਾਤਸ਼ਾਹ ਸਾਨੂੰ ਗਿਆਨ ਦਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ। ਹੁਣ ਮਹਾਂਪੁਰਖਾਂ ਨੇ ਆਪਾਂ ਨੂੰ ਗਿਆਨ ਦਿੱਤਾ ਹੈ, ਸਾਨੂੰ ਸੋਝੀ ਦਿੱਤੀ ਹੈ ਕਿ ਇਹ ਸਤ ਸੰਗਤ ਇੱਕ ਸਕੂਲ ਹੈ, ਉਹ ਸਤਿਗੁਰ ਦਾ। ਜਿੱਥੇ ਆ ਕੇ ਜਦੋਂ ਆਪਾਂ ਸਕੂਲ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਹਾਂ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਬੈਠਣਾ ਨਹੀਂ ਆਉਂਦਾ, ਆਪਣੀ ਮੱਤ ਵਰਤਦੇ ਨੇ। ਫਿਰ ਹੌਲੀ ਹੌਲੀ ਟੀਚਰ ਉਹਨਾਂ ਨੂੰ ਜਦੋਂ ਸਮਝਾਉਂਦੇ ਨੇ, ਉਹ ਧਿਆਨ ਨਾਲ ਸੁਣਦੇ ਨੇ, ਆਪਣੀ ਮੱਤ ਛੱਡਣੀ ਸ਼ੁਰੂ ਕਰ ਦਿੰਦੇ ਨੇ, ਟੀਚਰ ਦੀ ਮੱਤ ਲੈਣੀ ਸ਼ੁਰੂ ਕਰ ਦਿੰਦੇ ਨੇ। ਤੇ ਉਹਨਾਂ ਦਾ ਸੁਭਾਅ ਜਿਹੜਾ ਪਹਿਲਾਂ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਕਲਾਸ ਦੇ ਵਿੱਚ ਕਿਵੇਂ ਬੈਠਣਾ, ਕਿਵੇਂ ਅਸੀਂ ਬੋਲਣਾ, ਉਹ ਸਾਨੂੰ ਫਿਰ ਸਭ ਤੋਂ ਪਹਿਲਾਂ ਇਹੀ ਸਿਖਾਇਆ ਜਾਂਦਾ ਹੈ। ਜਿਵੇਂ ਆਪਾਂ ਹੁਣ ਛੋਟੇ ਬੱਚਿਆਂ ਨੂੰ ਪਾ ਦਿੰਦੇ, ਚਲੋ ਇਹਨੂੰ ਬਹਿਣਾ ਆ ਜਾਏਗਾ, ਇਹਦਾ ਜੀ ਲੱਗ ਜਾਏਗਾ, ਫਿਰ ਅੱਗੇ ਪੜ੍ਹਾਈ ਕਰ ਲਏਗਾ। ਇਸੇ ਤਰ੍ਹਾਂ ਹੀ ਆਪਾਂ ਜੋ ਸਤਿਗੁਰ ਨੇ ਸਾਡੇ ਤੇ ਕਿਰਪਾ ਕੀਤੀ, ਇਹ ਜੋ ਮਹਾਂਪੁਰਖਾਂ ਨੇ ਆਪਾਂ ਨੂੰ ਇਹ ਕੇਂਦਰ ਬਣਾ ਕੇ ਦਿੱਤਾ, ਜਿਹਦੇ ਵਿੱਚ ਆ ਕੇ ਆਪਾਂ ਸਤਿਗੁਰ ਦੀ ਬਾਣੀ ਜੋ ਸਾਨੂੰ ਗਿਆਨ ਦੇ ਰਹੇ ਨੇ, ਜੋ ਸਾਨੂੰ ਉਹ ਵਿਦਿਆ ਪੜ੍ਹਾ ਰਹੇ ਨੇ, ਆਪਾਂ ਉਸ ਨੂੰ ਪੜ੍ਹਨਾ ਹੈ, ਉਸ ਨੂੰ ਸੁਣਨਾ ਹੈ। ਲੇਕਿਨ ਇਹ ਦੇਖਣਾ ਕਿ ਹੁਣ ਆਪਣੀਆਂ ਕਲਾਸਾਂ ਲੱਗਦੀਆਂ ਨੇ। ਜਿਵੇਂ ਸੁਬਾਹ 3 ਤੋਂ 5 ਆਪਣੀ ਕਲਾਸ ਲੱਗਦੀ ਹੈ ਇਸ ਸਕੂਲ ਦੇ ਅੰਦਰ, ਨਿਤਨੇਮ ਦੀ ਕਲਾਸ ਲੱਗਦੀ ਹੈ। ਫਿਰ 7 ਤੋਂ 9 ਗੁਰਮੁਖ ਅਭਿਆਸ ਕਰਾਉਂਦੇ ਨੇ, 10 ਤੋਂ 12 ਹੁਣ ਆਪਣੀ ਕਲਾਸ ਲੱਗੀ ਹੈ। ਇਸੇ ਤਰ੍ਹਾਂ 3 ਤੋਂ 5 ਤੇ ਰਾਤ ਨੂੰ ਆਪਣੀਆਂ ਕਲਾਸਾਂ ਲੱਗਦੀਆਂ ਨੇ। ਕਈ ਬੱਚੇ ਐਸੇ ਹੁੰਦੇ ਨੇ ਜਿਨ੍ਹਾਂ ਦੀ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ, ਉਹਨੂੰ ਫਿਰ ਟਿਊਸ਼ਨ ਦੀ ਵੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ, ਕਿਉਂਕਿ ਇਹ ਗੱਲ ਹੈ ਉਸ ਮਾਲਿਕ ਨਿਰੰਕਾਰ ਦੇ ਨਾਲ ਮਿਲਾਪ ਦੀ। ਇਹ ਗੱਲ ਹੈ ਮਿਲਾਪ ਹੋਣਾ ਸਾਡਾ, ਉਹਦੇ ਵਾਸਤੇ ਅਸੀਂ ਆਪਣੇ ਆਪ ਦੀ ਖੋਜ ਕਰਨੀ ਹੈ। ਜਿਹੜਾ ਆਪਾਂ ਨੂੰ ਸਤਿਗੁਰ ਸਮਝਾਉਂਦੇ ਆ, ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਬਨਾਸੀ। ਇੱਥੇ ਅਸੀਂ ਆਪਣੇ ਆਪ ਦਾ ਭੇਤ ਲੈਣਾ, ਇੱਥੇ ਅਸੀਂ ਆਪਣੇ ਆਪ ਦੀ ਖੋਜ ਕਰਨੀ, ਜਿਹੜੀ ਅਸੀਂ ਕਦੀ ਪਹਿਲਾਂ ਨਾ ਤਾਂ ਸੁਣੀ ਤੇ ਨਾ ਅਸੀਂ ਕਦੀ ਕੀਤੀ। ਕਰਦੇ ਤਾਂ ਜੇ ਸਾਨੂੰ ਇਹ ਗੱਲ
ਕਿਤੇ ਸੁਣਾਈ ਹੁੰਦੀ, ਸਮਝ ਪਈ ਹੁੰਦੀ। ਕਿਉਂਕਿ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਇੱਥੇ ਆ ਕੇ ਇਹ ਖੋਜ ਕੀਤੀ ਹੈ ਨਾ, ਉਹਨਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ। ਜਿਨ੍ਹਾਂ ਨੇ ਖੋਜ ਕਰ ਲਈ, ਉਹਨਾਂ ਨੇ ਸਾਨੂੰ ਸਮਝਾਇਆ, ਜਾਂ ਤਾਂ ਉਹਨਾਂ ਦੇ ਜੀਵਨ ਬਾਰੇ ਆਪਾਂ ਸੁਣਿਆ, ਜਿਨ੍ਹਾਂ ਨੇ ਮਾਲਿਕ ਨਿਰੰਕਾਰ ਦੇ ਨਾਲ ਮਿਲਾਪ ਕੀਤਾ, ਕਿਵੇਂ ਉਹ ਸੰਸਾਰ ਦੇ ਵਿੱਚ ਵਿਚਰੇ, ਜਾਂ ਉਹਨਾਂ ਨੇ ਜੋ ਸਾਨੂੰ ਇਸ ਸੰਸਾਰ ਦੇ ਵਿੱਚ ਆ ਕੇ ਜਨਮ ਤੋਂ ਲੈ ਕੇ ਇਹ ਸੰਸਾਰ ਨੂੰ ਛੱਡਣ ਤੱਕ ਉਹਨਾਂ ਦੇ ਜੀਵਨ ਬਾਰੇ ਹੀ ਆਪਾਂ ਸੁਣਦੇ ਰਹੇ ਹਾਂ। ਤੇ ਜੋ ਉਹਨਾਂ ਨੇ ਸਾਨੂੰ ਸਮਝਾਇਆ ਵੀ ਅਸੀਂ ਇਸ ਤਰੀਕੇ ਨਾਲ ਪ੍ਰਾਪਤੀ ਕੀਤੀ ਹੈ, ਇਸ ਤਰੀਕੇ ਨਾਲ ਅਸੀਂ ਆਪਣੇ ਆਪ ਦੀ ਖੋਜ ਕੀਤੀ ਹੈ, ਉਹਦੇ ਸਾਨੂੰ ਸਮਝ ਨਹੀਂ ਆਈ, ਉਸ ਮਾਰਗ ਤੇ ਅਸੀਂ ਚੱਲੇ ਨਹੀਂ। ਇਹ ਹੁਣ ਪ੍ਰੈਕਟੀਕਲੀ ਰੂਪ ਦੇ ਵਿੱਚ ਆਪਾਂ ਨੂੰ ਆਪਣੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਮਹਾਂਪੁਰਖਾਂ ਨੇ ਗਿਆਨ ਦਿੱਤਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਜਿਸ ਨੂੰ ਅਸੀਂ ਸੁਣਦੇ ਹਾਂ, ਉਹਦੇ ਵਿੱਚ ਹਰੇਕ ਮਹਾਂਪੁਰਖ ਨੇ ਆਪਣੇ ਆਪ ਦਾ ਹੀ ਭੇਦ ਦਿੱਤਾ ਹੈ, ਆਪਣੇ ਆਪ ਦੀ ਸੋਝੀ ਦਿੱਤੀ ਹੈ ਕਿ ਉਹਨਾਂ ਦਾ ਸੰਗਤ ਤੋਂ ਬਿਨਾਂ ਜੀਵਨ ਕੈਸਾ, ਕਿਵੇਂ ਇਹ ਜਨਮ ਨੂੰ ਹਾਰਦੇ ਰਹੇ। ਜਿਵੇਂ ਪੰਜਵੇਂ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਆ, ਆਪਾਂ ਨੂੰ ਗਿਆਨ ਦਿੰਦੇ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਇਆਹੂ ਜੁਗਤ ਬਿਹਾਨੇ ਕਈ ਜਨਮ। ਆਪਣੇ ਮਤ ਅਨੁਸਾਰ ਜਿੰਨਾ ਚਿਰ ਜੀਵਨ ਬਤੀਤ ਕਰਦੇ ਰਹੇ, ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ ਕਿ ਇਹ ਮਾਨਸ ਜਨਮ ਸਾਨੂੰ ਬੜੇ ਚਿਰਾਂ ਤੋਂ ਬਾਅਦ ਮਿਲਿਆ। ਜਿੰਨਾ ਇਹ 84 ਲੱਖ ਜੂਨ ਦਾ ਸਤਿਗੁਰ ਸਾਨੂੰ ਗਿਆਨ ਦੇ ਰਹੇ ਨੇ, ਉਹਨਾਂ ਨੇ ਆਪਾਂ ਨੂੰ ਸਮਝਾਇਆ ਕਿ ਅਸੀਂ ਇਸ ਜੂਨ ਦੇ ਵਿੱਚੋਂ ਹੋ ਕੇ ਆਏ ਹਾਂ। ਜਿਵੇਂ ਭਗਤ ਕਬੀਰ ਜੀ ਵੀ ਸਮਝਾਉਂਦੇ ਨੇ, ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸਾਨੂੰ ਦੱਸਦੇ ਨੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਉਹਨਾਂ ਨੇ ਆਪਣਾ ਗਿਆਨ ਦਿੱਤਾ ਕਿ ਸਾਡੇ ਮਨ ਦੀ ਵੀ ਅਵਸਥਾ ਐਸੀ ਕਿ ਅਸੀਂ ਆਪਣੀ ਮਤ ਦੁਆਰਾ ਹੀ ਪਹਿਲਾਂ ਗਿਆਨ ਲੈਂਦੇ ਰਹੇ ਹਾਂ, ਪੜ੍ਹਦੇ ਰਹੇ ਹਾਂ, ਤ੍ਰੈ ਗੁਣਾ ਵਿੱਚ ਵਿਆਕਰਨ ਦੇ ਮੁਤਾਬਕ ਅਰਥ ਕਰਦੇ ਰਹੇ ਹਾਂ, ਲੇਕਿਨ ਜਿਹੜਾ ਜੀਵਨ ਦਾ ਮਕਸਦ ਆ ਉਹਦਾ ਸਾਡਾ ਨਹੀਂ ਪੂਰਾ ਹੋਇਆ। ਜਿਵੇਂ ਸਤਿਗੁਰ ਸਾਨੂੰ ਸਮਝਾਉਂਦੇ ਨੇ, ਪੁਸਤਕ ਪਾਠ ਵਿਆਕਰਨ ਵਿਖਾਣੇ ਸੰਧਿਆ ਕਰਮ ਤ੍ਰੈ ਕਾਲ ਕਰੇ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ। ਨਾ ਤਾਂ ਸਾਨੂੰ ਉਸ ਰਾਮ ਦਾ ਗਿਆਨ ਆਇਆ, ਨਾ ਸਾਨੂੰ ਸ਼ਬਦ ਦਾ ਗਿਆਨ ਆਇਆ। ਉਹਨਾਂ ਨੇ ਫਿਰ ਸਾਨੂੰ ਸਮਝਾਇਆ ਕਿਵੇਂ ਗਿਆਨ ਫਿਰ ਆਇਆ, ਕਿਵੇਂ ਸੋਝੀ ਆਈ। ਉਹ ਫਿਰ ਉਹਨਾਂ ਨੇ ਆਪਾਂ ਨੂੰ ਭੇਜ ਦਿੱਤਾ ਵੀ ਸੰਗਤ ਦੀ ਸ਼ਰਨ ਵਿੱਚ ਜਾਣ ਤੇ, ਸਾਧੂ ਜਨਾਂ ਦਾ ਸੰਗ ਹੋਣ ਤੇ, ਗੁਰਮੁਖਾਂ ਦਾ ਸੰਗ ਹੋਣ ਤੇ, ਭਗਤਾਂ ਦਾ ਸੰਗ ਹੋਣ ਤੇ, ਗੁਰੂ ਦੀ ਮਦਦ ਲੈਣ ਤੇ ਸਤਿਗੁਰੂ ਦੀ ਸ਼ਰਨ ਵਿੱਚ ਜਾਣ ਤੇ ਸਾਨੂੰ ਸਾਰਾ ਇਹ ਗਿਆਨ ਆਉਂਦਾ ਹੈ। ਜਿਸ ਤਰ੍ਹਾਂ ਹੁਣ ਆਪਾਂ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਜਿਨ੍ਹਾਂ ਨੂੰ ਸਤਿਗੁਰ ਦਾ ਖਿਤਾਬ ਹੈ, ਉਹਨਾਂ ਦੀ ਸ਼ਰਨ ਵਿੱਚ ਬੈਠੇ ਹਾਂ। ਉਹ ਹੁਣ ਸਾਨੂੰ ਗਿਆਨ ਦੇ ਰਹੇ ਨੇ, ਸਾਨੂੰ ਸੋਝੀ ਦੇ ਰਹੇ ਨੇ। ਸਾਨੂੰ ਹਰੇਕ ਮਹਾਂਪੁਰਖ ਇਹ ਪਹਿਚਾਣ ਹੀ ਕਰਾ ਰਹੇ, ਜੇ ਮਾਲਿਕ ਨਿਰੰਕਾਰ ਦੇ ਨਾਲ ਮਿਲਾਪ ਕਰਨਾ, ਜੇ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਆਪਣੇ ਆਪ ਦੀ ਖੋਜ ਕਰ ਲਓ, ਇਸ ਕਾਇਆ ਦੀ ਖੋਜ ਕਰ ਲਓ, ਇਸ ਸਰੀਰ ਦੀ ਖੋਜ ਕਰ ਲਓ। ਜਿੰਨਾ ਚਿਰ ਗੁਰਬਾਣੀ ਪੜ੍ਹ ਕੇ ਤੁਸੀਂ ਆਪਣੇ ਆਪ ਦੀ ਖੋਜ ਨਹੀਂ ਕਰਦੇ, ਉਹਨਾਂ ਚਿਰ ਤੁਹਾਡੇ ਇਹ ਮਨ ਦੇ ਭਰਮ, ਤੁਹਾਡੇ ਮਨ ਦੇ ਭੁਲੇਖੇ ਖਤਮ ਨਹੀਂ ਹੋਣੇ। ਜਿੰਨਾ ਚਿਰ ਮਨ ਦੇ ਵਿੱਚ ਭਰਮ ਹੈ, ਉਹਨਾਂ ਚਿਰ ਮਨ ਥਿਰ ਨਹੀਂ ਹੋਣਾ, ਉਹਨਾਂ ਚਿਰ ਮਨ ਸਾਡਾ ਟਿਕਣਾ ਨਹੀਂ, ਇਹਨੇ ਡੱਕੇ ਡੋਲੇ ਖਾਂਦੇ ਰਹਿਣਾ ਹੈ। ਕਿਉਂਕਿ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ,
ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮ, ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਹੁਣ ਗੁਰੂ ਨੇ ਸਾਡੇ ਭਰਮ ਖਤਮ ਕਰਨੇ ਨੇ, ਉਹਨਾਂ ਨੇ ਸਾਨੂੰ ਗਿਆਨ ਦੇਣਾ ਵੀ ਸਤਿਗੁਰ ਦੇ ਬਚਨ ਪੜ੍ਹ ਕੇ ਤੁਸੀਂ ਕਰਨਾ ਕੀ। ਜਿਹੜੇ ਤਾਂ ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ ਉਹ ਇਸ ਕਾਇਆ ਦੀ ਖੋਜ ਕਰ ਲੈਂਦੇ ਨੇ, ਬਾਕੀ ਭਰਮ ਦੇ ਵਿੱਚ ਭਟਕਦੇ ਰਹਿੰਦੇ ਨੇ। ਤਾਂ ਹੀ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਪਾਤਸ਼ਾਹ ਕਹਿੰਦੇ ਬਾਕੀ ਭਰਮ ਦੇ ਵਿੱਚ ਨੇ ਸਾਰੇ। ਇਸ ਕਰਕੇ ਆਪਾਂ ਜਿਹੜਾ ਇਹ ਗਿਆਨ ਸਾਨੂੰ ਸਾਡਾ ਆਪਣੇ ਆਪ ਦਾ, ਆਪਣੇ ਆਪ ਦੀ ਸੋਝੀ ਸਾਨੂੰ ਦਿੱਤੀ ਹੈ, ਇਹ ਹੁਣ ਆਪਾਂ ਗਿਆਨ ਲੈਣਾ ਸਾਰਿਆਂ ਨੇ। ਸਕੂਲ ਦੇ ਵਿੱਚ ਆ ਕੇ ਕਲਾਸ ਦੇ ਵਿੱਚ ਆਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਘਰੋਂ ਚੱਲ ਕੇ ਆਪਾਂ ਆ ਗਏ ਹਾਂ, ਕਈ ਐਸੇ ਵੀ ਵਿਦਿਆਰਥੀ ਹੁੰਦੇ ਨੇ ਜਿਹੜੇ ਘਰੋਂ ਤਾਂ ਚੱਲ ਪੈਂਦੇ ਨੇ ਸਕੂਲ ਵਾਸਤੇ, ਲੇਕਿਨ ਰਸਤੇ ਵਿੱਚ ਰੁਕ ਜਾਂਦੇ ਨੇ। ਕਈ ਐਸੇ ਸਿੱਖਿਆਰਥੀ ਨੇ ਜਿਹੜੇ ਸਕੂਲ ਦੇ ਵਿੱਚ ਆ ਜਾਂਦੇ ਨੇ, ਬਾਹਰ ਆਪਣੇ ਸੰਗੀਆਂ ਸਾਥੀਆਂ ਨਾਲ ਵਿਚਾਰਾਂ ਕਰਕੇ ਕਲਾਸ ਨਹੀਂ ਲਾਉਂਦੇ, ਕਲਾਸ ਵਿੱਚ ਆ ਕੇ ਗਿਆਨ ਨਹੀਂ ਲੈਂਦੇ, ਜੋ ਸਾਨੂੰ ਟੀਚਰ ਪੜ੍ਹਾਉਂਦੇ ਨੇ ਉਸ ਨੂੰ ਸੁਣਦੇ ਨਹੀਂ, ਤੇ ਫਿਰ ਜਦੋਂ ਪਰਚਾ ਪੈਂਦਾ ਆ, ਇਮਤਿਹਾਨ ਹੁੰਦਾ ਆ, ਉਦੋਂ ਫਿਰ ਉਹ ਫੇਲ ਹੋ ਜਾਂਦੇ ਨੇ। ਇਸ ਕਰਕੇ ਆਪਾਂ ਨੂੰ ਗਿਆਨ ਦਿੱਤਾ, ਸਤਿਗੁਰ ਨੇ ਕਿਰਪਾ ਕੀਤੀ ਹੈ, ਸਾਨੂੰ ਉਦੋਂ ਬਖਸ਼ਿਸ਼ ਕੀਤਾ ਜਿਹੜਾ ਆਪਾਂ ਘਰਾਂ ਤੋਂ ਚੱਲ ਕੇ ਸਕੂਲ ਦੇ ਵਿੱਚ ਆਏ ਆ। ਦੂਸਰਾ, ਸਕੂਲ ਦੇ ਵਿੱਚ ਆ ਕੇ ਆਪਾਂ ਜੇ ਬਾਹਰ ਹੀ ਤੁਰਦੇ ਫਿਰਦੇ ਰਹੇ, ਬਾਹਰ ਹੀ ਦੂਸਰਿਆਂ ਨਾਲ ਦੁਨਿਆਵੀ ਵਿਚਾਰਾਂ ਕਰਦੇ ਰਹੇ, ਤਾਂ ਵੀ ਸਾਨੂੰ ਕੋਈ ਪ੍ਰਾਪਤੀ ਨਹੀਂ। ਫਿਰ ਜੇ ਆਪਾਂ ਕਲਾਸ ਦੇ ਵਿੱਚ ਆ ਗਏ ਆ, ਕਲਾਸ ਦੇ ਵਿੱਚ ਆ ਕੇ ਜੋ ਸਾਨੂੰ ਪੜ੍ਹਾਇਆ ਜਾ ਰਿਹਾ, ਜੇ ਆਪਾਂ ਟੀਚਰ ਦੀ ਗੱਲ ਧਿਆਨ ਦੇ ਨਾਲ ਨਹੀਂ ਸੁਣਦੇ ਤੇ ਸੁਣ ਕੇ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ, ਤਾਂ ਵੀ ਸਾਡੀ ਗੱਲ ਨਹੀਂ ਬਣਦੀ। ਤਾਂ ਹੀ ਪਾਤਸ਼ਾਹ ਗੁਰਬਾਣੀ ਵਿੱਚ ਹੁਣ ਸਾਨੂੰ ਸਮਝਾ ਰਹੇ, ਦੇਖੋ ਆਪਾਂ ਜੋ ਗਿਆਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜੋ ਆਪਾਂ ਨੂੰ ਭਗਤੀ ਦਾ ਮਾਰਗ ਦੱਸ ਰਹੇ ਨੇ, ਆਪਾਂ ਉਸ ਮਾਰਗ ਨੂੰ ਪਹਿਲਾਂ ਸੁਣਨਾ, ਫਿਰ ਉਸ ਤੇ ਚੱਲਣਾ ਹੈ। ਜੇ ਆਪਾਂ ਚੱਲਾਂਗੇ, ਉਹਨਾਂ ਦੇ ਬਚਨਾਂ ਨੂੰ ਕਮਾਵਾਂਗੇ, ਜਿਹੜੇ ਮਹਾਂਪੁਰਖ ਸਾਨੂੰ ਸ਼ਬਦਾਂ ਵਿੱਚ ਸਾਰਾ ਵਾਰ-ਵਾਰ ਸਮਝਾਈ ਜਾ ਰਹੇ ਨੇ, ਵਾਰ-ਵਾਰ ਸਾਨੂੰ ਗਿਆਨ ਦਿੱਤੇ ਜਾ ਰਹੇ ਨੇ, ਉਹ ਫਿਰ ਹੁਣ ਆਪਾਂ ਨੂੰ ਉਹਨਾਂ ਨੇ ਸਮਝਾ ਦਿੱਤਾ। ਗੁਰਮੁਖ ਆਪਾਂ ਨੂੰ ਗਿਆਨ ਦੇ ਰਹੇ ਸੀ, ਸਭ ਤੋਂ ਪਹਿਲਾਂ ਸਤਿਗੁਰ ਦੀ ਬਾਣੀ ਨੂੰ ਪੜ੍ਹਨ ਵਾਸਤੇ, ਸਤਿਗੁਰ ਦੀ ਬਾਣੀ ਨੂੰ ਸੁਣਨ ਵਾਸਤੇ ਕਿ ਉਹ ਕਹਿ ਕੀ ਰਹੇ ਨੇ। ਜਿਹੜਾ ਸਾਡਾ ਇਹ ਮਨ ਹੈ, ਇਹ ਸਾਵਧਾਨ ਹੋਣਾ ਚਾਹੀਦਾ ਹੈ, ਇਹ ਜਾਗਤ ਅਵਸਥਾ ਵਿੱਚ ਹੋਣਾ ਚਾਹੀਦਾ ਹੈ। ਗੁਰਮੁਖ ਆਪਾਂ ਨੂੰ ਗੁਰਬਾਣੀ ਰਾਹੀਂ ਚੌਥੇ ਪਾਤਸ਼ਾਹ ਦੇ ਬਚਨ ਦ੍ਰਿੜ ਕਰਾ ਰਹੇ ਸੀ, ਜਾਗ ਸਲੋਨੜੀਐ ਬੋਲੇ ਗੁਰਬਾਣੀ ਰਾਮ। ਜਿੰਨਾ ਚਿਰ ਇਹ ਸਾਡੀ ਸੁਰਤੀ, ਸਾਡਾ ਇਹ ਮਨ ਜਾਗਦਾ ਨਹੀਂ, ਉਹਨਾਂ ਚਿਰ ਨਹੀਂ ਸਾਨੂੰ ਪਤਾ ਲੱਗਦਾ। ਤਾਂ ਹੀ ਪਾਤਸ਼ਾਹ ਕਹਿੰਦੇ ਕਈ ਜੀਵ ਜਿਹੜੇ ਬਾਣੀ ਪੜ੍ਹਦੇ ਨੇ ਨਾ, ਉਹਨਾਂ ਦਾ ਜੀਵਨ ਕਿਉਂ ਨਹੀਂ ਬਦਲਦਾ? ਕਿਉਂਕਿ ਉਹਨਾਂ ਨੂੰ ਸਤਿਗੁਰ ਦੀ ਬਾਣੀ ਪੜ੍ਹਨੀ ਨਹੀਂ ਆਈ। ਉਹਨਾਂ ਨੂੰ ਸਤਿਗੁਰ ਦੀ ਬਾਣੀ ਦੁਆਰਾ ਕੋਈ ਸਾਨੂੰ ਗਿਆਨ ਦੇ ਰਿਹਾ, ਜਿੰਨਾ ਚਿਰ ਪੜ੍ਹਨਾ ਨਹੀਂ ਸਾਨੂੰ ਆਉਂਦਾ, ਜਾ ਕੇ ਮਨ ਨਹੀਂ ਪੜ੍ਹਦਾ, ਉਹਨਾਂ ਚਿਰ ਨਹੀਂ ਭੇਤ ਆਉਂਦਾ। ਕਿਉਂਕਿ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਸਾਰੇ ਜੀਵ ਜਿਹੜੇ ਨੇ ਉਹ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਸੁੱਤੇ ਹੋਏ ਨੇ। ਜੋ ਤੀਜੇ ਪਾਤਸ਼ਾਹ ਆਪਾਂ ਨੂੰ ਗਿਆਨ ਦੇ ਰਹੇ ਨੇ, ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣੈ, ਮੂਲੋਂ ਭੂਲੈ ਗੁਰ ਸ਼ਬਦ ਨਾ ਪਛਾਣੈ। ਜਿਹੜਾ ਜੀਵ ਤ੍ਰੈ ਗੁਣਾਂ ਵਿੱਚ ਪੜ੍ਹਦਾ, ਜਿਹੜਾ ਜੀਵ ਵਿਚਾਰਾਂ ਵਿੱਚ ਪੜ੍ਹਦਾ, ਉਹਨੂੰ ਨਹੀਂ ਸਮਝ ਆਉਂਦੀ, ਉਹਨੂੰ ਨਹੀਂ ਗਿਆਨ ਆਉਂਦਾ ਵੀ ਇਹ ਜਿਹੜਾ ਮੈਂ ਕਿਵੇਂ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ, ਕਿਵੇਂ ਆਪਣੇ ਮਨ ਨੂੰ ਇਹਨਾਂ ਪੰਜਾਂ ਤੋਂ ਰਹਿਤ ਕਰਨਾ ਜਿਹੜੇ ਵਿਚਾਰਾਂ ਵਿੱਚ ਲੈ ਕੇ ਜਾਂਦੇ ਨੇ, ਜਿਹਨੂੰ ਪਾਤਸ਼ਾਹ ਕਹਿੰਦੇ ਪੰਜ ਦੂਤ ਚਿਤ ਵਹਿ ਵਿਕਾਰਾ। ਇਹਨਾਂ ਦੀ ਸੋਝੀ, ਇਹਨਾਂ ਦਾ ਸਾਨੂੰ ਗਿਆਨ ਨਹੀਂ ਆਉਂਦਾ।
ਤੇ ਜੇ ਸਾਨੂੰ ਅਸੀਂ ਗੁਰਬਾਣੀ ਨੂੰ ਪੜ੍ਹੀਏ, ਪੜ੍ਹ ਕੇ ਉਸ ਨੂੰ ਸੁਣੀਏ, ਫਿਰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ, ਤੇ ਸਾਡਾ ਇਹ ਮਨ ਫਿਰ ਇਹ ਪ੍ਰੈਕਟੀਕਲ ਜਦੋਂ ਕਰਦਾ ਹੈ, ਫਿਰ ਇਸ ਨੂੰ ਸੋਝੀ ਆਉਂਦੀ, ਇਹਨੂੰ ਗਿਆਨ ਆਉਂਦਾ। ਤੇ ਆਓ ਸਭ ਤੋਂ ਪਹਿਲਾਂ, ਕਿਉਂਕਿ ਹੁਣ ਆਪਾਂ ਸਤਿਗੁਰਾਂ ਦੇ ਬਚਨ ਜਿਹੜੇ ਨੇ, ਜਿਹੜਾ ਉਹਨਾਂ ਨੇ ਆਪਾਂ ਨੂੰ ਗਿਆਨ ਦੇਣਾ, ਜੋ ਉਹਨਾਂ ਨੇ ਆਪਾਂ ਨੂੰ ਸਮਝਾਉਣਾ ਆ, ਜਿਹੜਾ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ, ਸਤਿਗੁਰ ਬਚਨ ਕਰਦੇ ਨੇ ਸਾਨੂੰ, ਸਤਿਗੁਰ ਉਪਦੇਸ਼ ਕਰਦੇ ਨੇ ਸਾਨੂੰ, ਲੇਕਿਨ ਅਸੀਂ ਉਹਨਾਂ ਨੂੰ ਸੁਣਨ ਵਾਸਤੇ ਆਪਣੇ ਇਸ ਮਨ ਨੂੰ ਜਗਾਉਣਾ ਆ, ਉਹਨਾਂ ਨੂੰ ਪੜ੍ਹਨ ਵਾਸਤੇ ਇਸ ਮਨ ਨੂੰ ਜਗਾਉਣਾ ਆ, ਤਾਂ ਕਿ ਇਹਨਾਂ ਨੂੰ ਸੋਝੀ ਆ ਜੇ। ਉਹਦੇ ਵਾਸਤੇ ਆਪਾਂ ਆਪਣੇ ਮਨ ਨੂੰ ਤ੍ਰੈ ਗੁਣਾਂ ਤੋਂ ਅਤੀਤ ਕਰਨਾ ਆ, ਇਹ ਆਪਣੇ ਮਨ ਨੂੰ ਸਾਵਧਾਨ ਕਰਨਾ, ਜਗਾਉਣਾ ਆ। ਉਹਦੇ ਵਾਸਤੇ ਆਪਾਂ ਸਵਾਸ ਗ੍ਰਸ ਸਾਰਿਆਂ ਨੇ ਸਿਮਰਨ ਕਰਨਾ ਆ। ਨੇਤਰ ਬੰਦ ਕਰਕੇ ਆਪਣੀ ਆਵਾਜ਼ ਵਿੱਚ ਧਿਆਨ ਰੱਖਦਿਆਂ ਹੋਇਆਂ ਪਾਓ ਸਾਰੇ ਆਪਣੇ ਮਨ ਨੂੰ ਜਗਾਈਏ। ਸਾਰੇ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਆਪਾਂ ਸਾਰਾ ਪਰਿਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਆਰਾ ਸਾਨੂੰ ਜੋ ਜੀਵਨ ਦੀ ਜਾਚ ਸਮਝਾਈ ਜਾ ਰਹੀ, ਸਤਿਗੁਰ ਦੀ ਮੱਤ ਦੁਆਰਾ ਭਜ ਆਉਣਾ ਸਿੱਖੀਏ। ਸਤਿਗੁਰ ਦੀ ਮੱਤ ਦੁਆਰਾ ਸੁੱਖ ਲੈਣਾ ਸਿੱਖੀਏ। ਤੇ ਪਾਤਸ਼ਾਹ ਸਾਨੂੰ ਸਭ ਤੋਂ ਪਹਿਲਾਂ, ਕਿਉਂਕਿ ਇੱਕ ਗੁਰੂ ਦੇ ਸਿੱਖ ਦਾ ਜੀਵਨ ਦਾ ਪਤਾ ਉਹਦੇ ਬੋਲ ਚਾਲ ਤੋਂ, ਉਹਦੇ ਰਹਿਣ ਸਹਿਣ ਤੋਂ ਲੱਗਦਾ ਹੈ। ਸਤਿਗੁਰ ਸਾਨੂੰ ਸਮਝਾਉਂਦੇ ਨੇ, ਸਾਨੂੰ ਗਿਆਨ ਦਿੰਦੇ ਨੇ। ਸਭ ਤੋਂ ਪਹਿਲਾਂ ਇਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਆਪਾਂ ਬੋਲਣਾ ਸਿੱਖੀਏ। ਸਭ ਤੋਂ ਪਹਿਲਾਂ ਆਪਾਂ ਕੀ ਸਿੱਖਣਾ ਆ? ਬੋਲਣਾ। ਕਿਉਂਕਿ ਜਿਹੜੇ ਸਾਡੇ ਸਵਾਸ ਮਾਲਿਕ ਨਿਰੰਕਾਰ ਦੇ ਵੱਲੋਂ ਸਾਨੂੰ ਬਖਸ਼ਿਸ਼ ਕੀਤੇ ਨੇ, ਜਿਹੜੇ ਅਸੀਂ ਇੱਥੇ ਰਹਿੰਦਿਆਂ ਖਰਚ ਕਰਨੇ ਨੇ, ਇਹ ਅਸੀਂ ਖਰਚ ਕਰਦੇ ਹਾਂ ਬੋਲਣ ਦੇ ਨਾਲ, ਇਹ ਅਸੀਂ ਖਰਚ ਕਰਦੇ ਹਾਂ ਸੁਣਨ ਦੇ ਨਾਲ, ਇਹ ਅਸੀਂ ਖਰਚ ਕਰਦੇ ਹਾਂ ਦੇਖਣ ਦੇ ਨਾਲ। ਇਹ ਧਨ ਸਾਡਾ ਖਰਚ ਹੋ ਰਿਹਾ, ਦੇਖ ਦੇਖ ਕੇ ਖਰਚ ਕਰੀ ਜਾਂਦੇ ਆ, ਸੁਣ ਸੁਣ ਕੇ ਖਰਚ ਕਰੀ ਜਾਂਦੇ ਆ, ਤੇ ਬੋਲ ਬੋਲ ਕੇ ਆਪਣਾ ਜਿਹੜਾ ਧਨ ਆ ਇਹਨੂੰ ਖਰਚ ਕਰਦੇ ਆ ਵੀ ਸਾਡਾ ਲੇਖੇ ਵਿੱਚ ਲੱਗ ਜਾਵੇ। ਤਾਂ ਹੀ ਅਸੀਂ ਜੀਵਨ ਦੀ ਜਾਚ ਸਿੱਖਣੀ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਚਨ ਆਪਾਂ ਨੂੰ ਮਹਾਂਪੁਰਖਾਂ ਨੇ ਦ੍ਰਿੜ ਕਰਾਏ ਨੇ ਵੀ ਤੁਹਾਡਾ ਇਹ ਬੋਲਣਾ ਜਿਹੜਾ ਨਾ ਇਹ ਲੇਖੇ ਵਿੱਚ ਹੈ। ਜੋ ਪਾਤਸ਼ਾਹ ਦੇ ਵਚਨ ਆਪਾਂ ਨੂੰ ਦ੍ਰਿੜ ਕਰਾਏ, ਲੇਖਾ ਬੋਲਣ ਬੋਲਣਾ। ਜੇ ਤਾਂ ਸਾਨੂੰ ਬੋਲਣਾ ਨਹੀਂ ਆਉਂਦਾ, ਫਿਰ ਪਾਤਸ਼ਾਹ ਕਹਿੰਦੇ ਆ ਜਿਸ ਬੋਲ ਕਰਕੇ ਅਸੀਂ ਮਾਲਿਕ ਨਿਰੰਕਾਰ ਦੇ ਨਾਲ ਮਿਲਾਪ ਕਰਨਾ, ਜਿਸ ਬੋਲ ਦੇ ਨਾਲ ਅਸੀਂ ਮਾਲਿਕ ਨਿਰੰਕਾਰ ਦੀ ਖੋਜ ਕਰਨੀ, ਜੋ ਸਤਿਗੁਰ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਇਹਨਾਂ ਬੋਲਾਂ ਨੇ ਸਾਨੂੰ ਖੋਜ ਕਰਾਉਣੀ ਆ, ਮਾਲਿਕ ਨਿਰੰਕਾਰ ਦੇ ਨਾਲ ਮਿਲਾਪ ਕਰਾਉਣਾ ਹੈ। ਜੇ ਸਾਨੂੰ ਬੋਲਣਾ ਨਹੀਂ ਆਉਂਦਾ, ਤਾਂ ਹੀ ਪਾਤਸ਼ਾਹ ਕਹਿੰਦੇ ਆ ਆਪਣੀ ਮੱਤ ਦੁਆਰਾ ਬੋਲਦਿਆਂ ਹੋਇਆਂ ਐਸੇ ਬਚਨ ਬੋਲ ਜਾਂਦੇ ਕਿ ਮਾਲਿਕ ਨਿਰੰਕਾਰ ਦੇ ਨਾਲੋਂ ਪਿਆਰ ਹੀ ਟੁੱਟ ਜਾਂਦਾ ਸਾਡਾ। ਸਾਡੀ ਜਿਹੜੀ ਪ੍ਰੀਤ ਆ ਨਹੀਂ ਪੈਂਦੀ ਮਾਲਿਕ ਨਿਰੰਕਾਰ ਦੇ ਨਾਲ। ਤਾਂ ਹੀ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਇਆ, ਟੂਟ ਪ੍ਰੀਤ ਗਈ ਬਰ ਬੋਲ। ਜਿਹੜਾ ਆਪ ਮੁਹਾਰਾ ਅਸੀਂ ਇਹ ਤ੍ਰੈਗੁਣਾ ਵਿੱਚ ਬੋਲੀ ਜਾਂਦੇ ਆ, ਪਾਤਸ਼ਾਹ ਕਹਿੰਦੇ ਇਹਦੇ ਨਾਲ ਸਾਡੀ ਉਸ ਮਾਲਿਕ ਨਿਰੰਕਾਰ ਦੇ ਨਾਲੋਂ ਪ੍ਰੀਤ ਜਿਹੜੀ ਆ, ਪਿਆਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਇਸ ਕਰਕੇ ਆਪਾਂ ਨੂੰ ਗਿਆਨ ਦਿੱਤਾ ਪਾਤਸ਼ਾਹ ਨੇ। ਕਹਿੰਦੇ ਦੇਖਿਓ ਕਿਤੇ ਤੁਸੀਂ ਸੰਸਾਰ ਦੇ ਵਿੱਚ ਦੁਬਿਧਾ ਦੇ ਵਚਨ ਨਾ ਬੋਲਿਓ। ਇਹਨਾਂ ਬੋਲਾਂ ਨੇ ਤੁਹਾਨੂੰ ਮਾਲਿਕ ਨਿਰੰਕਾਰ ਦੇ ਨਾਲ ਮਿਲਾਉਣਾ ਨਹੀਂ, ਸਗੋਂ ਇਹਨਾਂ ਤੁਹਾਨੂੰ ਵਾਰ-ਵਾਰ ਜਨਮ ਮਰਨ ਦੇ ਵਿੱਚ ਲੈ ਕੇ ਆਉਣਾ ਹੈ। ਇਹਨਾਂ ਤੁਹਾਡੇ ਬੋਲਾਂ ਨੇ
ਇਹਨਾਂ ਤੁਹਾਡੇ ਵਚਨਾਂ ਨੇ ਤੁਹਾਨੂੰ ਖੁਆਰ ਕਰਨਾ ਹੈ। ਉਵੇਂ ਤੁਸੀਂ ਭਾਵੇਂ ਜਿੰਨਾ ਮਰਜ਼ੀ ਰਾਤ ਦਿਨ ਜਾਗਦੇ ਰਹੋ, ਜਪ ਤਪ ਕਰਦੇ ਰਹੋ, ਲੇਕਿਨ ਜੇ ਮਨ ਵਿੱਚ ਦੁਬਦਾ ਹੈ, ਕਿਸੇ ਨੂੰ ਮਾੜੇ ਵਚਨ ਬੋਲਦੇ ਆ ਨਾ, ਪਾਤਸ਼ਾਹ ਕਹਿੰਦੇ ਖੁਆਰੀ ਤੁਹਾਡੀ ਇਹ ਖਤਮ ਨਹੀਂ ਹੋਣੀ। ਇਹ ਪਖੰਡ ਮਾਲਕ ਨਿਰੰਕਾਰ ਨੂੰ ਚੰਗਾ ਨਹੀਂ ਲੱਗਦਾ। ਤਾਂ ਹੀ ਸਤਿਗੁਰ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਆ, ਕਹਿੰਦੇ ਪਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ। ਪਾਤਸ਼ਾਹ ਕਹਿੰਦੇ ਇਹ ਬੋਲ ਤੁਹਾਨੂੰ ਖੁਆਰ ਕਰਦੇ ਨੇ। ਫਿਰ ਪਾਤਸ਼ਾਹ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਆ, ਜੇ ਸਾਡਾ ਸੰਗ ਐਸੇ ਜੀਵ ਨਾਲ ਹੋ ਗਿਆ ਜਿਹੜਾ ਸਾਨੂੰ ਰਾਤ ਦਿਨ ਆਪ ਵੀ ਨਿੰਦਾ ਕਰਦਾ ਆ, ਤੇ ਅਸੀਂ ਉਹਦੇ ਤੋਂ ਸਿੱਖਿਆ ਲੈਂਦੇ ਆ, ਉਹਨੂੰ ਗੁਰੂ ਨੂੰ ਧਾਰਨ ਕਰੀ ਬੈਠੇ ਆ। ਪਾਤਸ਼ਾਹ ਕਹਿੰਦੇ ਉਹ ਜੀਵ ਜਿਹੜਾ ਆਪ ਵੀ ਡੁੱਬਿਆ ਹੋਇਆ ਤੇ ਉਹਨਾਂ ਦੇ ਬੋਲ ਜਿਹੜੇ ਨੇ ਜਿਵੇਂ ਉਹ ਨਿੰਦਿਆ ਕਰਦਾ ਆ, ਉਵੇਂ ਜਿਹੜਾ ਉਹਨਾਂ ਦਾ ਸੰਗ ਕਰਦਾ ਉਹ ਨਿੰਦਿਆ ਕਰੀ ਜਾਂਦੇ ਨੇ। ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਐਸੇ ਜੀਵ ਦੀ ਸੰਗਤ ਨਹੀਂ ਕਰਨੀ, ਐਸੇ ਜੀਵ ਦੀ ਸਿੱਖਿਆ ਨਹੀਂ ਲੈਣੀ ਵੀ ਉਹ ਵੀ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਨਿੰਦਿਆ ਚੁਗਲੀ ਵਿੱਚ ਫਸਿਆ ਤੇ ਤੁਹਾਨੂੰ ਵੀ ਫਸਾ ਦਿੰਦਾ ਹੈ। ਤਾਂ ਹੀ ਪਾਤਸ਼ਾਹ ਨੇ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ, ਗੁਰੂ ਜਿਨਾ ਕੰਧਲਾ ਸਿੱਖ ਪੀ ਅੰਧਲੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਨ। ਪਾਤਸ਼ਾਹ ਕਹਿੰਦੇ ਉਹ ਮਾਇਆ ਦੀ ਵਡਿਆਈ ਕਰਦੇ ਰਹਿੰਦੇ ਨੇ, ਉਹ ਝੂਠ ਦੀ ਵਡਿਆਈ ਕਰਦੇ ਰਹਿੰਦੇ ਨੇ। ਕਿਉਂਕਿ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਸੱਚ ਝੂਠ ਦਾ ਫਰਕ ਸਮਝਾਇਆ, ਸਾਨੂੰ ਗਿਆਨ ਦਿੱਤਾ ਸੱਚ ਕੀ ਆ। ਸੱਚ ਕੀ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਤਾਂ ਕਿ ਸਾਨੂੰ ਪਤਾ ਲੱਗ ਜੇ। ਅਸੀਂ ਤਾਂ ਸੰਸਾਰ ਦੇ ਵਿੱਚ ਕੋਈ ਹੋਈ ਗੱਲ ਕਰੀਏ, ਅਸੀਂ ਕਹਿੰਦੇ ਅਸੀਂ ਤਾਂ ਸੱਚ ਬੋਲ ਰਹੇ ਹਾਂ, ਲੇਕਿਨ ਅਸੀਂ ਝੂਠ ਨਹੀਂ ਬੋਲਦੇ। ਪਾਤਸ਼ਾਹ ਕੀ ਕਹਿੰਦੇ ਆ, ਸੱਚ ਕਦੋਂ ਬੋਲਣਾ ਸ਼ੁਰੂ ਕਰੋਗੇ? ਸੱਚ ਹੈ ਕਿ ਜਿਸ ਨੂੰ ਤੁਸੀਂ ਬੋਲਣਾ ਆ। ਜਿਹੜਾ ਪਾਤਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ, ਬੋਲਿਆ ਸੱਚ ਧਰਮ, ਝੂਠ ਨਾ ਬੋਲੀਏ। ਝੂਠ ਨਹੀਂ ਬੋਲਣਾ। ਝੂਠ ਕੀ ਆ, ਕੂੜ ਕੀ ਆ, ਆਪਾਂ ਨੂੰ ਦੱਸਿਆ ਉਹ ਮਾਇਆ ਹੈ। ਜਿਸ ਨੂੰ ਝੂਠ ਕਹਿ ਦਿੱਤਾ, ਜਿਸ ਨੂੰ ਕੂੜ ਕਹਿ ਦਿੱਤਾ, ਜਿਸ ਕੂੜ ਨੂੰ ਜਿਸ ਝੂਠ ਨੂੰ ਦੇਖ ਕੇ ਪਾਤਸ਼ਾਹ ਕਹਿੰਦੇ ਤੁਸੀਂ ਭੁੱਲ ਜਾਂਦੇ ਹੋ। ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ, ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਣਾ। ਪਾਤਸ਼ਾਹ ਕਹਿੰਦੇ ਮਾਇਆ ਜਿਹੜੀ ਝੂਠੀ ਆ, ਜੇ ਤੁਸੀਂ ਸੰਸਾਰ ਦੇ ਵਿੱਚ ਇਹ ਵਿਚਾਰਾਂ ਵਿੱਚ ਪੈਂਦੇ ਹੋ, ਇਹ ਸੰਸਾਰ ਦੀ ਸਿਫਤ ਕਰਦੇ ਹੋ, ਇਹ ਸੰਸਾਰ ਦੀਆਂ ਗੱਲਾਂ ਕਰਦੇ ਹੋ, ਤੁਸੀਂ ਕੀ ਬੋਲ ਰਹੇ ਹੋ? ਝੂਠ ਬੋਲ ਰਹੇ ਹੋ। ਜਿੰਨਾ ਚਿਰ ਇਹ ਮਾਇਆ ਦੀ, ਇਹ ਕਿਸੇ ਸਰੀਰ ਦੀ ਗੱਲ ਹੋਏਗੀ, ਉਹਨਾਂ ਚਿਰ ਅਸੀਂ ਕੀ ਕਰਾਂਗੇ? ਝੂਠ ਬੋਲਦੇ ਆ। ਤੇ ਸੱਚ ਕੀ ਕਹਿੰਦੇ ਪਾਤਸ਼ਾਹ? ਜਿਹੜਾ ਅਸੀਂ ਬੋਲਣਾ ਆ, ਜੋ ਆਪਾਂ ਰੋਜ਼ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਉਹ ਆਪਾਂ ਨੂੰ ਸਮਝਾਉਂਦੇ ਆ, ਜੋ ਅਸੀਂ ਬੋਲਣਾ, ਜੋ ਅਸੀਂ ਜਪਣਾ, ਜੋ ਪਾਤਸ਼ਾਹ ਦੇ ਬਚਨ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜਿਸ ਦੀ ਸਾਨੂੰ ਆਰਾਧਨਾ ਕਰਨ ਵਾਸਤੇ ਪਾਤਸ਼ਾਹ ਕਹਿੰਦੇ ਆ, ਜਿਸ ਸੱਚ ਦੀ ਆਰਾਧਨਾ ਕਰਕੇ ਅਸੀਂ ਉਸ ਸੱਚ ਦਾ ਰੂਪ ਹੀ ਹੋ ਜਾਣਾ ਆ। ਜਿਨ੍ਹਾਂ ਨੇ ਆਰਾਧਨਾ ਕੀਤੀ ਆ, ਜਿਨ੍ਹਾਂ ਨੇ ਸੱਚ ਬੋਲਿਆ, ਤੇ ਜਿਨ੍ਹਾਂ ਦੀ ਪਰਥਾਈ ਪਾਤਸ਼ਾਹ ਸਾਨੂੰ ਗਿਆਨ ਦਿੰਦੇ ਨੇ, ਸੱਚ ਸੱਚਾ ਜਿਨੀ ਆਰਾਧਿਆ ਸੇ ਜਾਏ ਰਲੇ, ਸੱਚ ਨਾਲੇ ਸੱਚ ਕਿਹਾ ਉਸ ਮਾਲਕ ਨਿਰੰਕਾਰ ਨੂੰ, ਸੱਚ ਕਿਹਾ ਉਸ ਬ੍ਰਹਮ ਨੂੰ,
ਸੱਚ ਕਿਹਾ ਸਾਡੇ ਮਾਤਾ ਪਿਤਾ ਹਰੀ ਨੂੰ। ਤੇ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਦੇਖੋ ਉਸ ਮਾਲਿਕ ਦੇ, ਉਸ ਨਿਰੰਕਾਰ ਦੇ, ਉਸ ਸੱਚ ਦੇ ਆਪਣੀ ਆਪਣੀ ਭਾਸ਼ਾ ਮੁਤਾਬਕ ਜੀਵਾਂ ਨੇ ਨਾਮ ਰੱਖ ਲਏ, ਤਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਦੇ ਅਸੰਖ ਨਾਮ ਨੇ। ਇਹ ਜਿਹੜਾ ਆਪਾਂ ਗੁਰਮੁਖਾਂ ਨੇ ਆਪਾਂ ਨੂੰ ਦ੍ਰਿੜ ਕਰਾਇਆ ਗੁਰੂ ਦਾ ਸ਼ਬਦ ਵਾਹਿਗੁਰੂ, ਇਹ ਵੀ ਕਹਿੰਦਾ ਨਾਮ ਆ ਉਹ ਸੱਚ ਦਾ, ਨਿਰੰਕਾਰ ਦਾ। ਜਦੋਂ ਆਪਾਂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਇਹ ਬੋਲਦੇ ਆ ਕਿ ਅਸੀਂ ਬੋਲ ਰਹੇ ਹਾਂ? ਸੱਚ ਬੋਲ ਰਹੇ ਹਾਂ। ਇਸ ਸੱਚ ਨੂੰ ਹੀ ਗੁਰਬਾਣੀ ਵਿੱਚ ਧਰਮ ਕਿਹਾ, ਜਿਸ ਨੂੰ ਅਸੀਂ ਦ੍ਰਿੜ ਕਰਨਾ ਹੈ। ਜਿਹੜਾ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੱਤਾ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਇਹ ਸੱਚ ਨੂੰ ਧਰਮ ਵੀ ਕਹਿ ਦਿੱਤਾ ਹੈ। ਤੇ ਪਾਤਸ਼ਾਹ ਕਹਿੰਦੇ ਤੁਸੀਂ ਧਰਮੀ ਬਣਨਾ, ਤੁਸੀਂ ਸਚਿਆਰ ਬਣਨਾ। ਐਸੇ ਬੋਲ ਬੋਲਣੇ ਨੇ ਜਿਹਨੂੰ ਸੁਣ ਕੇ ਮਾਲਕ ਨਿਰੰਕਾਰ ਦੇ ਨਾਲ ਤੁਹਾਡਾ ਪਿਆਰ ਪੈ ਜੇ, ਉਹ ਵੀ ਤੁਹਾਨੂੰ ਪਿਆਰ ਕਰੇ। ਜਿਹੜਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਂਦੇ, ਮੋਹ ਕੇ ਬੋਲਣ ਬੋਲੀਆ ਜਿਤ ਸੁਣ ਧਰੈ ਪਿਆਰ। ਉਹ ਫਿਰ ਆਪਾਂ ਨੂੰ ਗਿਆਨ ਦਿੱਤਾ ਆ, ਇਹ ਬੋਲਣਾ ਜਿਹਦੇ ਨਾਲ ਪਿਆਰ ਪੈਣਾ ਤੁਹਾਡਾ, ਉਹ ਸੱਚ ਨਿਰੰਕਾਰ ਦੇ ਨਾਲ। ਇਹ ਜਿਹੜਾ ਆਪਾਂ ਵਾਰ-ਵਾਰ ਆਪਾਂ ਨੂੰ ਦ੍ਰਿੜ ਕਰਾਇਆ ਜਾ ਰਿਹਾ ਹੈ। ਲੇਕਿਨ ਜਿੰਨਾ ਚਿਰ ਇਸ ਮਾਇਆ ਵਿੱਚ ਸਾਡਾ ਮਨ ਹੈ, ਉਹਨਾਂ ਚਿਰ ਇਸ ਨੂੰ ਬੋਲਣਾ ਨਹੀਂ ਆਉਂਦਾ, ਉਹਨਾਂ ਚਿਰ ਇਹ ਸੱਚ ਨਹੀਂ ਬੋਲਦਾ। ਤਾਂ ਹੀ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਆ, ਬੋਲ ਨਾ ਜਾਣੈ ਮਾਇਆ ਮਦ ਮਤ। ਜਿਹੜਾ ਇਸ ਮਾਇਆ ਦੇ ਵਿੱਚ ਆ ਗਿਆ, ਜਿੰਦਾ ਮਾਇਆ ਦੇ ਨਾਲ ਪਿਆਰ ਪੈ ਗਿਆ, ਉਹ ਬੋਲਣਾ ਭੁੱਲ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੰਦੇ ਨੇ, ਹੁਣ ਤੁਸੀਂ ਦੇਖੋ ਸੱਚ ਬੋਲਦੇ ਹੋ ਕਿ ਰਾਤ ਦਿਨ ਤੁਸੀਂ ਝੂਠ ਬੋਲੀ ਜਾਂਦੇ ਹੋ। ਗੁਰਬਾਣੀ ਵਿੱਚ ਆਪਾਂ ਨੂੰ ਪਾਤਸ਼ਾਹ ਗਿਆਨ ਦੇ ਰਹੇ ਨੇ, ਸਾਨੂੰ ਸੋਝੀ ਦੇ ਰਹੇ ਨੇ। ਜੇ ਤਾਂ ਰਾਤ ਦਿਨ ਤੁਸੀਂ ਇਸ ਰਸਨਾ ਦੁਆਰਾ ਕਰਦੇ ਹੋ ਵਾਹਿਗੁਰੂ ਵਾਹਿਗੁਰੂ, ਇਹ ਤਾਂ ਹੋ ਗਿਆ ਸੱਚ, ਵੀ ਸੱਚ ਬੋਲ ਰਹੇ ਅਸੀਂ। ਨਹੀਂ ਤਾਂ ਪਾਤਸ਼ਾਹ ਗੁਰਬਾਣੀ ਵਿੱਚ ਸਾਨੂੰ ਕੀ ਸਮਝਾਉਂਦੇ ਨੇ, ਜਿਹੜਾ ਜੀਵ ਸਾਕਤ ਦਾ ਸੰਗ ਕਰਦਾ, ਜਿਹੜਾ ਜੀਵ ਮਨਮੁਖ ਦਾ ਸੰਗ ਕਰਦਾ, ਉਹਦੇ ਮਨ ਦੀ ਅਵਸਥਾ ਆਪਾਂ ਨੂੰ ਦੱਸੀ ਆ। ਉਹਦੇ ਬੋਲ ਜਿਹੜੇ ਨੇ ਕਿਵੇਂ ਆਪ ਵੀ ਉਹ ਡੁੱਬ ਜਾਂਦਾ ਭਵ ਸਾਗਰ ਦੇ ਵਿੱਚ, ਤੇ ਕਿਵੇਂ ਆਪਣੇ ਸਾਰੇ ਕੁਲਾਂ ਨੂੰ ਵੀ ਡੁਬੋ ਲੈਂਦਾ ਹੈ ਇੱਕ ਬੋਲ ਦੇ ਨਾਲ। ਕਿਉਂਕਿ ਹੁਣ ਆਪਾਂ ਦੇਖਦੇ ਆ ਨਾ, ਜੇ ਕਿਸੇ ਦੀ ਨਿੰਦਿਆ ਕਰਾਂਗੇ ਕੀ ਕਰਾਂਗੇ? ਬੋਲ ਕੇ ਕਰਾਂਗੇ ਨਾ ਆਪਾਂ। ਜੇ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਤੇ ਅਸੀਂ ਬੋਲ ਕੇ ਕਰਦੇ ਆ। ਤੇ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ, ਕਹਿੰਦੇ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬਲੇਨ, ਕੂੜ ਕਸਤ ਨਿਤ ਕਮਾਉਂਦੇ ਪਰ ਨਿੰਦਾ ਸਦਾ ਕਰੇ ਨਾ। ਉਹ ਪਰਾਈ ਨਿੰਦਾ ਤੇ ਲੱਗੇ ਰਹਿੰਦੇ ਨੇ। ਤੇ ਪਾਤਸ਼ਾਹ ਕਹਿੰਦੇ ਆ, ਇਹ ਕਰਨ ਦੇ ਨਾਲ ਆਪਣਾ ਤਾਂ ਉਹਦਾ ਭਲਾ ਨਹੀਂ ਹੁੰਦਾ, ਨਾਲ ਆਪਣੇ ਕੁਲਾਂ ਨੂੰ ਲੈ ਡੁੱਬਦਾ ਆ। ਗੁਰਬਾਣੀ ਵਿੱਚ ਪਾਤਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ ਹੈ, ਆਪਾਂ ਨੂੰ ਸੋਝੀ ਦਿੱਤੀ ਹੈ। ਇਹ ਤੁਸੀਂ ਸੱਚ ਬੋਲਣ ਵਾਸਤੇ, ਸੱਚ ਨਿਰੰਕਾਰ ਦਾ ਰੂਪ ਹੋਣ ਵਾਸਤੇ ਆਪਾਂ ਦੇਖਣੇ ਆ, ਐਸੇ ਵਚਨ ਨਾ ਬੋਲੀਏ ਆਪਾਂ ਜਿਹਦੇ ਨਾਲ ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਇਹ ਬੋਲਾਂ ਦੁਆਰਾ ਹੀ ਬੇਪਤ ਹੁੰਦੇ ਰਹੀਏ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਨੂੰ ਸਾਵਧਾਨ ਕੀਤਾ ਆ, ਜਿਉਂ ਹੀ ਤੁਸੀਂ ਸੱਚ ਬੋਲਣਾ ਸ਼ੁਰੂ ਕਰੋਗੇ ਤੁਹਾਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਤੁਹਾਡੇ ਇਹ ਮਨ ਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਏਗੀ।
ਤੇ ਜੇ ਤੁਸੀਂ ਇਹ ਸੰਸਾਰ ਦੇ ਵਿੱਚ ਆ ਕੇ ਮਾੜੇ ਬਚਨ ਬੋਲਦੇ ਹੋ, ਕੂੜ ਬੋਲਦੇ ਹੋ, ਤੇ ਉਹਨਾਂ ਨੇ ਫਿਰ ਆਪਾਂ ਨੂੰ ਸਾਵਧਾਨ ਕੀਤਾ ਆ, ਮਨ ਵੀ ਤੁਹਾਡਾ ਤੇ ਤਨ ਵੀ ਤੁਹਾਡਾ, ਇਹ ਫਿੱਕਾ ਹੀ ਨਹੀਂ ਹੋ ਜਾਂਦਾ, ਇਹ ਮੂੰਹ ਦੇ ਵਿੱਚ ਥੁੱਕਾਂ ਵੀ ਪਾਈਆਂ ਜਾਂਦੀਆਂ ਨੇ, ਤੇ ਤੁਹਾਡੀ ਸੇਵਾ ਵੀ ਕੀਤੀ ਜਾਂਦੀ ਆ, ਤੁਹਾਨੂੰ ਜੁੱਤੀਆਂ ਵੀ ਪੈਂਦੀਆਂ ਨੇ। ਗੁਰਬਾਣੀ ਰਹੀ ਆਪਾਂ ਨੂੰ ਗਿਆਨ ਦਿੱਤਾ, ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਐ ਫਿੱਕੈ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਐ ਮੂੰਹ ਥੁੱਕਾਂ ਫਿੱਕੈ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ। ਪਾਤਸ਼ਾਹ ਕਹਿੰਦੇ ਮਾੜਾ ਬੋਲਣ ਵਾਲਾ, ਇਹ ਕੂੜ ਬੋਲਣ ਵਾਲਾ, ਉਸਨੂੰ ਗੁਰਬਾਣੀ ਵਿੱਚ ਮੂਰਖ ਕਿਹਾ। ਤੇ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਕੀ ਕਹਿੰਦੇ ਆ? ਕਹਿੰਦੇ ਤੁਸੀਂ ਸ਼ਬਦ ਦੀ ਵਿਚਾਰ ਕਰਨੀ ਜਿੱਥੇ ਬੈਠਣਾ ਹੈ। ਜਿਹੜੀ ਡਿਊਟੀ ਆਪਾਂ ਨੂੰ ਸਮਝਾਉਂਦੇ ਨੇ, ਗਿਆਨ ਦਿੰਦੇ ਨੇ, ਜਦੋਂ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਆ, ਸਤਿਗੁਰ ਦੀ ਬਾਣੀ ਦੀ ਵਿਚਾਰ ਕਰਦੇ ਆ, ਤੇ ਸਾਨੂੰ ਸਾਡੇ ਮਨ ਦੀ ਖੁਰਾਕ ਮਿਲਦੀ ਹੈ, ਸਾਨੂੰ ਰਸ ਆਉਂਦਾ ਆ, ਸਾਡੇ ਮੁਖ ਤੇ ਮਾਲਕ ਨਿਰੰਕਾਰ ਅੰਮ੍ਰਿਤ ਚੋਂਦਾ ਆ। ਜਦੋਂ ਆਪਾਂ ਇਸ ਰਸਨਾ ਦੁਆਰਾ ਗੁਰੂ ਦੇ ਮੰਤਰ ਨੂੰ ਦ੍ਰਿੜ ਕਰਦੇ ਆ, ਸੱਚ ਬੋਲਦੇ ਆ, ਤੇ ਸਾਨੂੰ ਸਾਡੇ ਮਨ ਦੀ ਖੁਰਾਕ ਮਿਲਦੀ ਹੈ। ਤਾਂ ਹੀ ਪਾਤਸ਼ਾਹ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ, ਗਿਆਨ ਦਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜੋ ਸਤਿਗੁਰ ਸਾਨੂੰ ਕਹਿੰਦੇ ਨੇ, ਜਦੋਂ ਹੁਣ ਆਪਾਂ ਕਮਾਵਾਂਗੇ ਨਾ, ਜੋ ਸਾਨੂੰ ਬੋਲਣ ਵਾਸਤੇ ਕਹਿੰਦੇ ਬੋਲਾਂਗੇ, ਜਿਹੜਾ ਆਪਾਂ ਇਹ ਗੁਰੂ ਦਾ ਮੰਤਰ ਦ੍ਰਿੜ ਕਰਾਂਗੇ, ਪਾਤਸ਼ਾਹ ਕਹਿੰਦੇ ਉਹ ਕਰਮ ਕਰੋ, ਉਹ ਬੋਲੋ, ਬਾਕੀ ਕੰਮ ਸਾਰੇ ਛੱਡ ਦਿਓ। ਨਿੰਦਿਆ ਚੁਗਲੀ ਨਾਲ ਮੁਖ ਫਿੱਕਾ, ਸਜ਼ਾ ਮਿਲਣੀ, ਦੁਬਦਾ ਨਾਲ ਸਾਨੂੰ ਸਜ਼ਾ ਮਿਲਣੀ, ਮਾੜੇ ਵਚਨ ਬੋਲਣ ਨਾਲ ਸਾਨੂੰ ਸਜ਼ਾ ਮਿਲਣੀ। ਤੇ ਪਾਤਸ਼ਾਹ ਕਹਿੰਦੇ ਆ, ਜਿਸ ਬੋਲਤ ਮੁਖ ਪਵਿੱਤ ਹੋਏ, ਜਿਹੜੇ ਬੋਲਣ ਦੇ ਨਾ ਮੁਖ ਵੀ ਪਵਿੱਤਰ ਹੋ ਜਾਣਾ ਸਾਡਾ। ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਸਿਮਰਨ ਕਰਨ ਦੇ ਨਾਲ, ਜਿਸ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਸਾਡੇ ਇਸ ਮਨ ਨੇ ਨਿਰਮਲ ਹੋ ਜਾਣਾ, ਉਸ ਮਾਲਕ ਨਿਰੰਕਾਰ ਵਰਗੇ ਹੋ ਜਾਣਾ। ਕਿਉਂਕਿ ਪਾਤਸ਼ਾਹ ਦੇ ਬਚਨ ਨੇ, ਉਹ ਮਾਲਕ ਨਿਰੰਕਾਰ ਜੋ ਹੈ ਉਹ ਨਿਰਮਲ ਆ, ਉਹ ਸਾਫ਼ ਆ, ਉਹਨੂੰ ਮੈਲ ਨਹੀਂ ਲੱਗਦੀ। ਸਾਡੇ ਮਨ ਨੂੰ ਮੈਲ ਲੱਗੀ ਹੋਈ ਮਾਇਆ ਦੀ, ਜਦੋਂ ਅਸੀਂ ਸਿਮਰਨ ਕਰਾਂਗੇ, ਜਦੋਂ ਅਸੀਂ ਅਭਿਆਸ ਕਰਾਂਗੇ, ਇਹ ਮਨ ਨੇ ਵੀ ਸਾਡੇ ਸ਼ੁੱਧ ਹੋ ਜਾਣਾ, ਸਾਫ਼ ਹੋ ਜਾਣਾ। ਕਿਉਂਕਿ ਰੋਜ਼ ਅਸੀਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ। ਜੇ ਮਨ ਨੂੰ ਸ਼ੁੱਧ ਕਰਨਾ ਆ ਤੇ ਆ ਬੋਲੋ, ਮੰਤਰ ਦ੍ਰਿੜ ਕਰੋ, ਸੁਰਤੀ ਨੂੰ ਸ਼ਬਦ ਨਾ ਜੋੜੋ। ਤੀਜੇ ਪਾਤਸ਼ਾਹ ਦੇ ਬਚਨ ਵਾਰ-ਵਾਰ ਆਪਾਂ ਦ੍ਰਿੜ ਕਰ ਰਹੇ ਆ, ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿੱਤ ਲਾਏ। ਪਾਤਸ਼ਾਹ ਕਹਿੰਦੇ ਆ, ਜਦੋਂ ਮਨ ਨੂੰ ਹੀ ਧੋ ਲਿਆ ਤੇ ਚਿੱਤ ਦਾ ਮਾਲਕ ਨਿਰੰਕਾਰ ਨਾਲ ਸਾਡਾ ਲੱਗ ਹੀ ਜਾਣਾ। ਇਹ ਮਨ ਜਿਹੜਾ ਮੈਲਾ ਹੈ ਨਾ, ਇਹ ਨਹੀਂ ਸਾਨੂੰ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਨ ਦਿੰਦਾ। ਇਹ ਮੈਲ ਸਾਡੇ ਮਨ ਨੂੰ ਬੜੀ ਲੱਗੀ ਆ। ਪਾਤਸ਼ਾਹ ਕਹਿੰਦੇ ਅੱਜ ਦੀ ਨਹੀਂ, ਕਈ ਯੁਗਾਂ ਦੀ ਲੱਗੀ ਹੋਈ ਹੈ। ਜਿਹੜਾ ਆਪਾਂ ਨੂੰ ਗਿਆਨ ਦਿੱਤਾ, ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੁਆ ਸਿਆਹੋ। ਪਾਤਸ਼ਾਹ ਕਹਿੰਦੇ ਕਾਲਾ ਸ਼ਾਹ ਹੋਇਆ ਪਿਆ ਹੈ। ਇਸ ਕਰਕੇ ਹੁਣ ਆਪਾਂ ਕੋਸ਼ਿਸ਼ ਕਰਨੀ ਆ ਸਾਰਿਆਂ ਨੇ, ਜਿਸ ਦੀ ਆਰਾਧਨਾ ਕਰਨ ਦੇ ਨਾਲ, ਜਿਹੜਾ ਅਸੀਂ ਬੋਲਣ ਦੇ ਨਾਲ, ਪਾਤਸ਼ਾਹ ਕਹਿੰਦੇ ਜੰਮ ਵੀ ਛੱਡ ਜਾਂਦੇ ਨੇ। ਜੋ ਸਤਿਗੁਰ ਦੇ ਬਚਨ ਆਪਾਂ ਦ੍ਰਿੜ ਕਰਦੇ ਆ, ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ। ਜਦੋਂ ਆ ਹੁਣ ਬੋਲਾਂਗੇ ਨਾ ਆਪਾਂ, ਤੇ ਜਿਹੜੇ ਇਹ ਵਿਕਾਰ ਨੇ, ਜਿਹੜੇ ਇਹ ਪੰਜ ਦੂਤ ਨੇ, ਇਹ ਸਭ ਪਿੱਛੇ ਹਟ ਜਾਂਦੇ ਨੇ। ਤੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਜਿਹੜੇ ਸਾਡੇ ਬੋਲਣ ਦੇ ਨਾਲ, ਜਿਹੜਾ ਸਿਮਰਨ ਕਰਨ ਦੇ ਨਾਲ, ਜੋ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਨ ਵਾਸਤੇ ਆਏ ਆ, ਜਿਹੜਾ ਕਾਰਜ ਲੈ ਕੇ ਸੰਸਾਰ ਦੇ ਵਿੱਚ ਆਏ ਆ, ਪਾਤਸ਼ਾਹ ਕਹਿੰਦੇ ਆ ਦੇਖੋ ਮੁਖ ਵੀ ਪਵਿੱਤਰ ਹੋ ਜਾਏਗਾ, ਕਾਰਜ ਵੀ ਤੁਹਾਡੇ ਸਾਰੇ ਰਾਸ ਹੋ ਜਾਣਗੇ, ਜੰਮ ਵੀ ਤੁਹਾਨੂੰ ਕੁਛ ਨਹੀਂ ਕਹਿਣਗੇ। ਇਸੇ ਕਰਕੇ ਆਪਾਂ ਨੂੰ ਗਿਆਨ ਦਿੱਤਾ, ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ। ਪਾਤਸ਼ਾਹ ਕਹਿੰਦੇ ਹੋਰ ਸਾਰੇ ਕੰਮ ਛੱਡ ਕੇ ਕੰਮ ਕਰੋ। ਸੋ ਆਓ ਆਪਾਂ ਸਾਰੇ ਇਹ ਹੁਣ ਬੋਲਣਾ ਸਿੱਖਣਾ ਸੱਚ। ਹੁਣ ਦੇਖਣਾ ਕਿੰਨਾ ਕੁ ਸਮਾਂ ਆਪਾਂ ਸੱਚ ਬੋਲਦੇ ਆ ਕਿ ਫੇਰ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਆ। ਇਹ ਹੁਣ ਆਪਣੇ ਤੇ ਆ। ਪਾਤਸ਼ਾਹ ਕਹਿੰਦੇ ਜੇ ਸੱਚ ਬੋਲੋਗੇ
ਤੇ ਫਿਰ ਤੁਹਾਨੂੰ ਇਹ ਮਾਣ ਮਿਲੇਗਾ, ਤੁਹਾਨੂੰ ਵਡਿਆਈ ਮਿਲੇਗੀ। ਤਾਂ ਹੀ ਆਪਾਂ ਨੂੰ ਕਹਿੰਦੇ ਉਹ ਬੋਲ ਬੋਲੋ ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁਚਨਾ ਸੁਣ ਮੂਰਖ ਮਨ। ਅਜਾਨ ਪਾਤਸ਼ਾਹ ਕਹਿੰਦੇ ਆ ਉਹਦੇ ਨਾਲ ਖੁਆਰੀ ਹੋਣੀ ਆ। ਇਸ ਕਰਕੇ ਆਪਾਂ ਸਦਾ ਹੀ ਸੱਚ ਬੋਲੀਏ, ਸਦਾ ਹੀ ਆਪਾਂ ਉਸ ਧਰਮ ਨੂੰ ਦ੍ਰਿੜ ਕਰੀਏ। ਜੋ ਗੁਰੂ ਸਾਨੂੰ ਇਹ ਗਿਆਨ ਦੇ ਰਿਹਾ, ਇਹ ਮਾਰਗ ਤੇ ਆਪਾਂ ਨੂੰ ਭੇਜ ਦੇ ਰਿਹਾ, ਉਸ ਮਾਰਗ ਤੇ ਆਪਾਂ ਚੱਲੀਏ। ਸੋ ਆਓ ਸਾਰੇ ਨੇਤਰ ਬੰਦ ਕਰਕੇ ਆਪਾਂ ਸਵਾਸ ਗ੍ਰਹਿ ਸਿਮਰਨ ਕਰਨਾ, ਸੱਚ ਬੋਲਣਾ ਸ਼ੁਰੂ ਕਰਨਾ। ਸਾਰੇ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਗੁਰਮੁਖੋ ਨੇਤਰ ਬੰਦ ਕਰਕੇ ਆਪਾਂ ਆਪਣੀ ਆਵਾਜ਼ ਵਿੱਚ ਧਿਆਨ ਲਾਉਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖ ਆਪਾਂ ਸੱਚ ਹਰ ਸਮੇਂ ਪਾਤਸ਼ਾਹ ਕਹਿੰਦੇ ਬੋਲਦੇ ਰਹੋ। ਊਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਇਹ ਆਪਾਂ ਸੱਚ ਬੋਲਦੇ ਰਹਿਣਾ ਹੈ। ਪਾਤਸ਼ਾਹ ਸਾਨੂੰ ਗੁਰਬਾਣੀ ਰਾਹੀਂ ਗਿਆਨ ਦਿੰਦੇ ਨੇ, ਕਹਿੰਦੇ ਆ ਜਦੋਂ ਆਪਾਂ ਇਹ ਜਾਪ ਕਰਦੇ ਆ ਮਾਲਕ ਨਿਰੰਕਾਰ ਸਾਡੇ ਤੇ ਦਇਆ ਕਰਦਾ ਹੈ। ਪਾਤਸ਼ਾਹ ਸਾਨੂੰ ਸਮਝਾਉਂਦੇ ਗੁਰਮੰਤਰ ਦਰੜਾਏ ਹਰ ਰਸ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ। ਜਦੋਂ ਸਾਨੂੰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਪਾਤਸ਼ਾਹ ਸਾਨੂੰ ਸਮਝਾਉਂਦੇ, ਫਿਰ ਸਾਡਾ ਜਿਹੜਾ ਇਹ ਬੋਲ ਬਾਣੀ ਇਹ ਵੀ ਮਿੱਠੀ ਹੋ ਜਾਂਦੀ ਹੈ। ਆਪਾਂ ਨੂੰ ਗੁਰਬਾਣੀ ਰਾਹੀਂ ਗਿਆਨ ਦਿੱਤਾ, ਜਿਨ੍ਹਾਂ ਨੂੰ ਇਹ ਰਸ ਆਇਆ ਉਹਨਾਂ ਨੂੰ ਗੁਰਬਾਣੀ ਵਿੱਚ ਸੰਤ ਕਿਹਾ, ਉਹਨਾਂ ਨੂੰ ਸਾਧੂ ਕਿਹਾ, ਭਗਤ ਕਿਹਾ, ਗੁਰਮੁਖ ਕਿਹਾ। ਪਾਤਸ਼ਾਹ ਸਾਨੂੰ ਸਮਝਾਉਂਦੇ, ਦੇਖੋ ਜਿਨ੍ਹਾਂ ਨੇ ਸੱਚ ਦੀ ਆਰਾਧਨਾ ਕੀਤੀ, ਜਿਨ੍ਹਾਂ ਸੱਚ ਬੋਲਿਆ, ਉਹਨਾਂ ਦੀ ਬਾਣੀ ਪਾਤਸ਼ਾਹ ਕਹਿੰਦੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ। ਏਕੋ ਸੇਵਨ ਏਕ ਆਰਾਧੈ ਗੁਰਮੁਖ ਅਕਥ ਕਹਾਣੀ। ਉਹ ਫਿਰ ਇੱਕ ਦੀ ਆਰਾਧਨਾ ਕਰਦੇ ਰਹਿੰਦੇ ਨੇ, ਸਦਾ ਉਹ ਸੱਚ ਦੀ ਗੱਲ ਕਰਦੇ ਰਹਿੰਦੇ ਨੇ। ਤੇ ਜਿਹੜੇ ਸੱਚ ਦੀ ਗੱਲ ਕਰਦੇ ਆ, ਆਪਾਂ ਦੇਖਦੇ ਆ ਨਾ, ਉਹ ਸੱਚ ਦਾ ਰੂਪ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਜਿਹੜੀ ਮੇਰੀ ਬੱਧੀ ਆ ਨਾ, ਉਹ ਭਗਤ ਛਡਾ ਸਕਦੇ ਨੇ। ਜਿਨ੍ਹਾਂ ਸੱਚ ਬੋਲਿਆ, ਜਿਨ੍ਹਾਂ ਸੱਚ ਦੀ ਆਰਾਧਨਾ ਕੀਤੀ, ਉਹ ਛਡਾ ਸਕਦੇ ਨੇ। ਲੇਕਿਨ ਜਿਹੜੇ ਸੱਚ ਦੀ ਆਰਾਧਨਾ ਕਰਦੇ ਨੇ, ਉਹਨਾਂ ਦਾ ਬਚਨ ਅਟੱਲ ਆ, ਉਹ ਨਹੀਂ ਮੋੜਿਆ ਜਾ ਸਕਦਾ। ਤਾਂ ਹੀ ਆਪਾਂ ਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਨਾ, ਜਿਨ੍ਹਾਂ ਸੱਚ ਬੋਲਿਆ, ਜਿਹੜੇ ਸਾਧੂ ਬਣ ਗਏ, ਜਿਹੜੇ ਸੰਤ ਬਣ ਗਏ, ਉਹਦਾ ਮਾਲਕ ਦਾ ਰੂਪ ਹੀ ਹੋ ਗਏ। ਉਹਨਾਂ ਦੀ ਪਰਥਾਏ ਪਾਤਸ਼ਾਹ ਕਹਿੰਦੇ ਆ, ਉਹਨਾਂ ਦੇ ਮੁਖ ਵਿੱਚੋਂ ਜਿਹੜਾ ਬਚਨ ਨਿਕਲਿਆ ਉਹ ਸੱਚ ਹੀ ਹੈ, ਉਹ ਸੱਚ ਹੀ ਆ, ਅਟੱਲ ਹੀ ਆ। ਤਾਂ ਹੀ ਗੁਰਬਾਣੀ ਵਿੱਚ ਪਾਤਸ਼ਾਹ ਆਪਾਂ ਨੂੰ ਗਿਆਨ ਦਿੰਦੇ ਨੇ, ਸਾਨੂੰ ਸੋਝੀ ਦਿੰਦੇ ਨੇ ਵੀ ਜਦੋਂ ਤੁਸੀਂ ਲਗਾਤਾਰ ਇਹ ਸੱਚ ਬੋਲੋਗੇ, ਤੁਸੀਂ ਸੰਤ ਬਣ ਜਾਓਗੇ, ਤੁਸੀਂ ਸਾਧੂ ਬਣ ਜਾਓਗੇ। ਤਾਂ ਹੀ ਮਹਾਰਾਜ ਨੇ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ, ਸਾਨੂੰ ਗਿਆਨ ਦਿੱਤਾ ਹੈ ਵੀ ਜਿਹੜੇ ਗੁਰਮੁਖ ਜਾਣੇ, ਫਿਰ ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਨੇ। ਜਿਹੜਾ ਆਪਾਂ ਹੁਣ, ਕਿਉਂਕਿ ਸਤਿਗੁਰ ਦੀ ਬਾਣੀ ਕੀ ਹੈ, ਇਹ ਸੱਚ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਜੇ ਆਪਾਂ ਸਤਿਗੁਰ ਦੇ ਵਚਨ ਦ੍ਰਿੜ ਕਰਦੇ ਆ ਨਾ, ਇਹ ਵਿਚਾਰ ਕਰਦੇ ਆ, ਕੀ ਕਰਦੇ ਆ, ਇਹ ਵੀ ਸੱਚ ਬੋਲ ਰਹੇ ਆ। ਤਾਂ ਹੀ ਮਹਾਂਪੁਰਖਾਂ ਨੇ ਆਪਾਂ ਨੂੰ ਕਰਮ ਹੀ ਇਹ ਦਿੱਤਾ ਹੈ, ਜਿੰਨਾ ਚਿਰ ਤੁਸੀਂ ਇਹ ਅਕਥ ਕਹਾਣੀ ਕਰਦੇ ਰਹਿੰਦੇ, ਮਾਇਆ ਤੋਂ ਬਚੇ ਰਹਿੰਦੇ, ਕੂੜ ਤੋਂ ਬਚੇ ਰਹਿੰਦੇ, ਜਿੰਨਾ ਚਿਰ ਤੁਸੀਂ ਸੱਚ ਦੀ ਆਰਾਧਨਾ ਕਰਦੇ ਰਹਿੰਦੇ ਆ, ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰਦੇ ਰਹਿੰਦੇ ਆ, ਤੁਸੀਂ ਉਹ ਸੱਚ ਨਿਰੰਕਾਰ ਦੇ ਸਨਮੁਖ ਰਹਿੰਦੇ ਆ। ਕਿਉਂਕਿ ਹੁਣ ਆਪਾਂ ਜਿਸ ਦੀ ਵੀ ਗੱਲ ਕਰਾਂਗੇ, ਜਿਸ ਦੀ ਵੀ ਵਿਚਾਰ ਕਰਾਂਗੇ, ਉਹ ਮੂਰਤ ਸਾਡੇ ਅੱਗੇ ਆ ਜਾਂਦੀ ਹੈ। ਆਪਾਂ ਦੇਖਦੇ ਆ ਨਾ, ਜਿੰਦੀ ਵੀ ਵਿਚਾਰ ਕਰਦੇ ਆ,
ਉਹਦਾ ਚਿਹਰਾ ਸਾਡੇ ਅੱਗੇ ਆ ਜਾਂਦਾ। ਇਸੇ ਕਰਕੇ ਹੁਣ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੱਤਾ, ਜਦੋਂ ਫਿਰ ਆਪਾਂ ਮਾਲਕ ਨਿਰੰਕਾਰ ਦੇ ਵਚਨ ਕਰਦੇ ਆ, ਉਸ ਮਾਲਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਆ, ਤੇ ਉਹ ਹਰ ਮੂਰਤ ਜਿਹੜੀ ਆ ਉਹ ਫਿਰ ਵਿਸਰਦੀ ਨਹੀਂ। ਇਸੇ ਕਰਕੇ ਆਪਾਂ ਨੂੰ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਤੁਸੀਂ ਉਸ ਮਾਲਕ ਨਿਰੰਕਾਰ ਦੀ ਇੱਕ ਦਿਨ ਨਹੀਂ ਤੁਸੀਂ ਵੀ ਸੱਚ ਬੋਲੇ ਅਗਲੇ ਦਿਨ ਆਪਾਂ ਛੱਡ ਹੀ ਜਾਈਏ। ਆਪਾਂ ਨੂੰ ਉਹਨਾਂ ਗਿਆਨ ਦਿੱਤਾ, ਸਾਨੂੰ ਸੋਝੀ ਦਿੱਤੀ, ਹਰ ਹਰ ਕਥਾ ਸਦਾ ਨਿਤ ਕਰ ਗੁਰਮੁਖ ਅਕਥ ਕਹਾਣੀ। ਨਿਤ ਸਦਾ ਅਸੀਂ ਕਰਦੇ ਰਹਿਣਾ ਉਸ ਮਾਲਕ ਨਿਰੰਕਾਰ ਦੇ ਸਿਫਤ ਸਲਾਹ, ਉਹਦੇ ਗੁਣ ਗਾਉਂਦੇ ਰਵਾਂਗੇ ਤੇ ਬੇਮੁਖ ਨਹੀਂ ਹੋਵਾਂਗੇ। ਸਦਾ ਉਸ ਮਾਲਕ ਨਿਰੰਕਾਰ ਦੇ ਸਨਮੁਖ ਰਵਾਂਗੇ। ਜੇ ਅਸੀਂ ਵਾਹੋ ਵਾਹੋ ਕਰਦੇ ਹਾਂ ਤੇ ਸਾਨੂੰ ਉਹਨਾਂ ਹੁਣ ਗਿਆਨ ਦੇ ਦਿੱਤਾ ਆ, ਇਹ ਕਹਿੰਦੇ ਕਿਹਨੂੰ ਪੈ ਜੇ। ਗੁਰੂ ਦੀ ਮੱਤ ਲਈ ਆ, ਮਹਾਂਪੁਰਖਾਂ ਦਾ ਸੰਗ ਜਿਹੜਾ ਆਪਾਂ ਨੂੰ ਹੋਇਆ, ਉਹਨਾਂ ਨੇ ਆਪਾਂ ਨੂੰ ਇਹੀ ਗਿਆਨ ਦਿੱਤਾ, ਉਹਨਾਂ ਨੇ ਆਪਾਂ ਨੂੰ ਇਹੀ ਪ੍ਰੈਕਟੀਕਲ ਕਰਾਇਆ ਕਿ ਜਿਸ ਮਾਲਕ ਨਿਰੰਕਾਰ ਨੂੰ ਤੁਸੀਂ ਬਾਹਰ ਲੱਭਦੇ ਆ, ਜਿਸ ਮਾਲਕ ਨਿਰੰਕਾਰ ਨੂੰ ਲੱਭਣ ਵਾਸਤੇ ਦਸਾਂ ਦਿਸ਼ਾਵਾਂ ਵਿੱਚ ਭਟਕਦੇ ਆ, ਉਹ ਤਾਂ ਤੁਹਾਡੇ ਨੇੜੇ ਵਸਦਾ ਹੈ, ਉਹ ਤਾਂ ਤੁਹਾਡੇ ਸਦਾ ਅੰਗ ਸੰਗ ਹੈ, ਤੁਹਾਡੇ ਅੰਦਰ ਵਸਦਾ। ਦੇਖੋ ਉਸ ਨੂੰ। ਤਾਂ ਹੀ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੱਤਾ ਕਿ ਧਿਆਨ ਨਾਲ ਵੇਖਿਆ ਕਰੋ। ਦੇਖਦੇ ਤਾਂ ਸਾਰੇ ਹੀ ਆ, ਜਿਹਨੂੰ ਪਾਤਸ਼ਾਹ ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਤੇ ਕਈ ਵਾਰ ਆਪਾਂ ਦੇਖਦੇ ਜਿਹੜਾ ਧਿਆਨ ਨਾਲ ਨਹੀਂ ਦੇਖਦਾ, ਕੋਲ ਚੀਜ਼ ਪਈ ਹੁੰਦੀ ਹੈ, ਉਹ ਬਾਹਰ ਲੱਭਦਾ ਫਿਰਦਾ ਹੈ। ਆਪਾਂ ਆਮ ਹੀ ਦੇਖਦੇ ਹਨ ਨਾ, ਕਈ ਵਾਰ ਘਰਾਂ ਵਿੱਚ ਕੀ ਹੁੰਦਾ ਆ, ਕੋਈ ਚੀਜ਼ ਕਹਿਣਾ ਲਿਆਓ, ਕੋਲ ਪਈ ਹੋਵੇ, ਇੱਥੇ ਤਾਂ ਹੈ ਨਹੀਂ, ਉਹ ਕਹਿੰਦੇ ਧਿਆਨ ਨਾਲ ਦੇਖ, ਇੱਥੇ ਤਾਂ ਪਈ ਆ। ਇਸੇ ਤਰ੍ਹਾਂ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਨੇ ਸਮਝਾਇਆ, ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ। ਕਹਿੰਦੇ ਧਿਆਨ ਨਾਲ ਦੇਖੋ ਇਹਨੂੰ। ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤੇ ਮਾਲਕ ਨਿਰੰਕਾਰ ਦੂਰ ਤਾਂ ਹੈ ਨਹੀਂ। ਇਸੇ ਕਰਕੇ ਜਦੋਂ ਫਿਰ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਣੇ, ਜਿਹੜਾ ਸਾਨੂੰ ਨਹੀਂ ਪਤਾ ਲੱਗਦਾ, ਕਹਿੰਦੇ ਹੁਣ ਦੇਖੋ ਤੁਸੀਂ ਧਿਆਨ ਨਾਲ। ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਣੇ ਨਾ, ਉਹ ਸਾਨੂੰ ਫਿਰ ਉਹ ਤਰੀਕਾ ਦੱਸਦੇ ਨੇ, ਉਹ ਵਿਧੀ ਦੱਸਦੇ, ਜਿਹੜਾ ਬੇਧਿਆਨੇ ਹੋਏ ਬੈਠੇ ਆ ਨਾ, ਕੋਲ ਹੁੰਦਿਆਂ ਹੋਇਆਂ ਸਾਨੂੰ ਨਹੀਂ ਦਿਸਦਾ, ਨੇੜੇ ਹੁੰਦਿਆਂ ਹੋਇਆਂ ਸਾਨੂੰ ਨਹੀਂ ਦਿਸਦਾ, ਹੋਰ ਸਾਨੂੰ ਕਹਿੰਦੇ ਧਿਆਨ ਨਾਲ ਵੇਖੋ, ਆਹ ਜੁਗਤੀ ਨਾਲ ਦੇਖੋ। ਇਹ ਮਾਲਕ ਨਿਰੰਕਾਰ ਹੈ, ਇਹ ਸਾਨੂੰ ਦੇਖ ਰਿਹਾ, ਸਾਨੂੰ ਪਾਲ ਰਿਹਾ, ਸਾਨੂੰ ਇਹ ਸਵਾਸਾਂ ਦਾ ਧਨ ਦੇ ਰਿਹਾ। ਫਿਰ ਮਹਾਂਪੁਰਖਾਂ ਨੇ ਆਪਾਂ ਨੂੰ ਦੱਸਿਆ, ਜੇ ਅੰਦਰ ਦੇਖਣਾ ਤਾਂ ਵੀ ਕਿਵੇਂ ਤੁਸੀਂ ਦੇਖਣਾ, ਕਿਵੇਂ ਗੁਰੂ ਦੇ ਸ਼ਬਦ ਦੁਆਰਾ ਇਹ ਕੂੜ ਦੀ ਪਾਲ ਨੂੰ ਤੋੜ ਲੈਣਾ ਆ, ਇਹਨਾਂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰ ਲੈਣਾ ਤੇ ਆਪਣੇ ਘਰ ਦੇ ਵਿੱਚ ਵਾਸਾ ਕਰ ਲਓਗੇ ਜਿੱਥੇ ਮਾਲਕ ਬੈਠਾ। ਜਿਹੜਾ ਆਪਾਂ ਨੂੰ ਗਿਆਨ ਦਿੱਤਾ ਆ, ਸੁਨ ਸਮਾਦ ਗੁਫਾ ਤਹਿ ਆਸਨ। ਸੁਨ ਜਿਹੜਾ ਸਾਡਾ ਘਰ ਆ, ਉਹਦੇ ਵਿੱਚ ਸਮਾਧੀ ਲਾਈ ਬੈਠਾ, ਉਸ ਨੂੰ ਗੁਫਾ ਕਹਿ ਦਿੱਤਾ, ਜਿੱਥੇ ਮਾਲਕ ਨੇ ਆਸਨ ਲਾਇਆ ਹੋਇਆ। ਉੱਥੇ ਪਾਤਸ਼ਾਹ ਕਹਿੰਦੇ ਇਕੱਲਾ ਬੈਠਾ ਆ, ਤੁਸੀਂ ਵੀ ਚਲੇ ਜਾਓ, ਜਾ ਕੇ ਤੁਸੀਂ ਵਿਚਾਰ ਗੋਸ਼ਟੀ ਕਰ ਲਓ, ਮਿਲ ਲਓ। ਜਿਹੜਾ ਆਪਾਂ ਨੂੰ ਗਿਆਨ ਦਿੱਤਾ, ਸੁਨ ਸਮਾਦ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ। ਉਥੇ ਇਹ ਮਾਇਆ ਨਹੀਂ ਹੈ, ਉਹ ਮਾਲਕ ਨਿਰੰਕਾਰੇ ਕੀ ਆ। ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨਾ ਸੋਗਣਾ, ਜਨਮ ਨਾ ਮਰਦ ਤੇ ਝੂਠ ਨਹੀਂ। ਭਗਤ ਨਾਮਦੇਵ ਜੀ ਦੇ ਬਚਨ ਆਪਾਂ ਸਤਿਗੁਰ ਦੇ ਪੜ੍ਹਦੇ ਆ ਬਾਣੀ ਦੇ ਵਿੱਚ, ਉਹ ਸਾਨੂੰ ਸਮਝਾਉਂਦੇ ਨੇ। ਜਦੋਂ ਅਸੀਂ ਗਏ ਆ, ਕਿਵੇਂ ਮਾਲਕ ਨਿਰੰਕਾਰ ਨਾਲ ਸਾਡੀ ਵਿਚਾਰ ਹੋਈ, ਕੀ ਵਿਚਾਰ ਹੋਈ, ਉਹ ਵੀ ਉਹਨਾਂ ਸਮਝਾਇਆ। ਤੇ ਆਪਾਂ ਨੂੰ ਕਹਿੰਦੇ ਜੇ ਤੁਸੀਂ ਵੀ ਮਿਲਣਾ ਚਾਹੁੰਦੇ ਹੋ, ਤੁਸੀਂ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਤੇ ਤੁਸੀਂ ਵੀ ਸ਼ਬਦ ਦਾ ਅਭਿਆਸ ਕਰਕੇ ਦਰ ਤੇ ਜਾਓ। ਜਦੋਂ ਦਰ ਤੇ ਬੈਠੇ ਰਹੋਗੇ ਤੁਹਾਨੂੰ ਅੰਦਰ ਬੁਲਾ ਲਏਗਾ, ਤੁਸੀਂ ਉਹਦੇ ਨਾਲ ਵਿਚਾਰ ਕਰ ਲਿਓ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ, ਕਹਿੰਦੇ ਜੋ ਵੀ ਤੁਸੀਂ ਵਿਚਾਰ ਕਰਨੀ ਹੈ ਨਾ, ਜਦੋਂ ਤੁਸੀਂ ਇਹ ਸ਼ਬਦ ਦਾ ਅਭਿਆਸ ਕਰਕੇ ਜਿੱਥੇ ਬੈਠਾ ਉਸ ਘਰ ਨੂੰ ਜਾਓਗੇ, ਉਸ ਮਾਰਗ ਤੇ ਜਾਓਗੇ, ਦਰ ਤੇ ਜਾਓਗੇ, ਤੇ ਉਹ ਦੇਖਦਾ ਪਹਿਲਾਂ ਵੀ ਇਹ ਮਿਲਣ ਵਾਸਤੇ ਆਇਆ। ਜਿਹੜਾ ਆਪਾਂ ਨੂੰ ਸਮਝਾ ਦਿੱਤਾ ਗੁਰਬਾਣੀ ਦੇ ਵਿੱਚ,
ਭਗਤ ਕਬੀਰ ਜੀ ਸਾਨੂੰ ਸਮਝਾਉਂਦੇ, ਪਹਿਲਾਂ ਤਾਂ ਅਸੀਂ ਵੇਖੋ ਵੇਖੀ ਕਰ ਲੈਂਦੇ ਸੀ ਅਭਿਆਸ, ਲੇਕਿਨ ਦਰ ਤੋਂ ਭੱਜ ਜਾਂਦੇ ਸੀ, ਮਨ ਵਿੱਚ ਤੜਫ ਨਹੀਂ ਸੀ, ਮਨ ਦੇ ਵਿੱਚ ਵਿਰਾਗ ਨਹੀਂ ਸੀ ਕਿ ਮਾਲਕ ਨੂੰ ਮਿਲੀਏ। ਤੇ ਆਪਾਂ ਨੂੰ ਸਮਝਾ ਦਿੱਤਾ, ਕਹਿੰਦੇ ਅੱਗੇ ਅਸੀਂ ਤੇਰਾ ਦਰ ਛੱਡ ਜਾਂਦੇ ਸੀ, ਹੁਣ ਦਰ ਨਹੀਂ ਛੱਡਣਾ। ਜਿਹੜਾ ਆਪਾਂ ਨੂੰ ਮਹਾਂਪੁਰਖਾਂ ਨੇ ਉਹ ਦਰ ਦਾ ਗਿਆਨ ਦਿੱਤਾ, ਜਿੱਥੇ ਮਨ ਨੂੰ ਬਿਠਾਉਣਾ ਹੈ, ਜਿੱਥੇ ਬੈਠ ਕੇ ਫਿਰ ਉਹ ਕੂਕਰ ਦੀ ਨਿਆਈ ਇੱਕ ਦਰ ਤੇ ਬਹਿਣਾ ਆ, ਭੱਜਣਾ ਨਹੀਂ ਬਾਹਰ, ਉਹ ਦਰ ਨੂੰ ਨਹੀਂ ਛੱਡਣਾ। ਕਿਉਂਕਿ ਸਾਡੇ ਇਸ ਮਨ ਦੀ ਹਾਲਤ ਹੈ, ਇਹ ਮਨ ਬੜਾ ਕਾਹਲਾ ਪੈਂਦਾ, ਬੜਾ ਭੱਜਦਾ ਹੈ। ਤੇ ਆਪਾਂ ਨੂੰ ਤਾਂ ਤਰੀਕਾ ਹੀ ਇਹ ਦੱਸਿਆ ਵੀ ਇਹਨੂੰ ਕਿਵੇਂ ਤੁਸੀਂ ਬਿਠਾਉਣਾ, ਕਿਵੇਂ ਮਨ ਨੂੰ। ਜਿੰਨਾ ਚਿਰ ਇਹ ਬੈਠਦਾ ਨਹੀਂ ਮਨ ਤੁਹਾਡਾ, ਜਿੰਨਾ ਚਿਰ ਇਹ ਦਰ ਤੇ ਨਹੀਂ ਜਾਂਦਾ, ਉਹਨਾਂ ਚਿਰ ਇਹ ਭਗਤੀ ਨਹੀਂ ਕਰਦਾ ਜਿਹੜਾ ਕਰਨ ਵਾਸਤੇ ਆਇਆ। ਜਿਹੜੀ ਭਗਤੀ ਨੇ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਾਉਣਾ ਹੈ ਸਾਡਾ। ਤਾਂ ਹੀ ਤਾਂ ਉਹਨਾਂ ਨੇ ਆਪਾਂ ਨੂੰ ਸਮਝਾਇਆ ਨਾ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਅੱਗੇ ਬਦਨ ਪਸਾਰ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮੇਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਿਗਾਈ, ਦਾਗੇ ਹੋਏ ਸਰਣ ਮੈਂ ਜੂਝੈ ਬਿਨ ਦਾਗੇ ਭਾਗ ਜਾਈ, ਸਾਧੂ ਹੋਏ ਭਗਤ ਪਛਾਨੇ ਹਰ ਲੈ ਖਜ਼ਾਨੇ ਪਾਈ। ਕਹਿੰਦੇ ਉਹ ਸਾਧੂ ਵਾਂਗੂ ਫਿਰ ਆਪਾਂ ਬੈਠ ਜਾਣਾ ਧੂਣਾ ਲਾ ਕੇ ਵੀ ਇਸ ਦਰ ਤੋਂ ਹੀ ਆਪਾਂ ਪ੍ਰਾਪਤੀ ਕਰਨੀ ਹੈ, ਇਸ ਦਰ ਤੋਂ ਹੀ ਸਾਨੂੰ ਸਾਰੀਆਂ ਚੀਜ਼ਾਂ ਮਿਲਣੀਆਂ। ਉਹ ਹਰੀ ਦੇ ਦਰ ਦਾ ਫਿਰ ਆਪਾਂ ਗਿਆਨ ਲੈਣਾ, ਉਹਦੀ ਸੋਝੀ ਲੈਣੀ ਸਤਿਗੁਰ ਦੀ ਬਾਣੀ ਰਾਹੀਂ। ਉਹ ਦਰ ਤੇ ਆਪਾਂ ਨੂੰ ਕਿਹਨੇ ਲੈ ਕੇ ਜਾਣਾ, ਉਹ ਘਰ ਦੇ ਵਿੱਚ ਸਾਨੂੰ ਕਿਹਨੇ ਲੈ ਕੇ ਜਾਣਾ, ਇਹ ਗੁਰੂ ਦੇ ਸ਼ਬਦ ਨੇ ਜਿਹੜਾ ਅਸੀਂ ਦ੍ਰਿੜ ਕਰ ਰਹੇ ਹਾਂ ਵਾਰ-ਵਾਰ। ਜਿਵੇਂ ਜਿਵੇਂ ਆਪਾਂ ਦ੍ਰਿੜ ਕਰੀ ਜਾਵਾਂਗੇ, ਇਸ ਮਾਰਗ ਤੇ ਚੱਲਾਂਗੇ, ਇਹ ਦਰ ਤੇ ਪਹੁੰਚ ਜਾਂਦਾ ਆ। ਤੇ ਪਾਤਸ਼ਾਹ ਕਹਿੰਦੇ ਜੇ ਦਰ ਤੇ ਬੈਠੇ ਰਹੋਗੇ, ਜਦੋਂ ਬੁਲਾਏਗਾ ਤੁਸੀਂ ਵੀ ਗੱਲ ਕਰ ਲਿਓ। ਜਿਹਨੂੰ ਪਾਤਸ਼ਾਹ ਕਹਿੰਦੇ ਜਾਤੋ ਭੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਿਰੰਤੀ, ਕਹਿੰਦੇ ਤੁਸੀਂ ਵੀ ਪੁੱਛ ਲਿਓ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ, ਪਿਆਰ ਸਾਡਾ ਮਾਲਕ ਨਿਰੰਕਾਰ ਦੇ ਨਾਲ ਤਾਂ ਪੈਣਾ ਆ ਜੇ ਆਪਾਂ ਲਗਾਤਾਰ ਇਹ ਸੱਚ ਦੇ ਮਾਰਗ ਤੇ ਚੱਲਾਂਗੇ। ਜਿਹੜਾ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ, ਇਹ ਸੱਚ ਦਾ ਮਾਰਗ ਜਿਹੜਾ ਹੈ, ਇਹ ਧਰਮ ਦਾ ਮਾਰਗ ਜਿਹੜਾ ਹੈ, ਜਿਸ ਨੂੰ ਸੰਤ ਮਾਰਗ ਵੀ ਕਹਿ ਦਿੱਤਾ ਹੈ। ਪਾਤਸ਼ਾਹ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ। ਭਾਈ ਪਾਤਸ਼ਾਹ ਕਹਿੰਦੇ ਆ ਵੱਡੇ ਭਾਗਾਂ ਨਾਲ ਇਹ ਪ੍ਰਾਪਤ ਹੁੰਦਾ ਹੈ। ਤੇ ਆਪਾਂ ਦੇ ਬੜੇ ਵੱਡੇ ਭਾਗ ਨੇ ਆਪਣੇ, ਜਿਹੜਾ ਇਹ ਮਾਨਸ ਜਨਮ ਪ੍ਰਾਪਤ ਕਰਨ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜੋ ਆਪਾਂ ਨੂੰ ਗਿਆਨ ਬਖਸ਼ਿਸ਼ ਕੀਤਾ, ਉਹ ਸਮਝਾਉਣ ਵਾਲੇ ਮਹਾਂਪੁਰਖਾਂ ਦਾ ਸੰਗ ਆਪਾਂ ਨੂੰ ਹੋ ਗਿਆ। ਜਿਹੜਾ ਉਹਨਾਂ ਨੇ ਆਪਾਂ ਨੂੰ ਸਿੱਧਾ ਹੀ ਉਹ ਮਾਰਗ ਦੱਸ ਦਿੱਤਾ ਜਿਹੜਾ ਸਾਡੇ ਘਰ ਨੂੰ ਜਾਂਦਾ ਹੈ। ਕਿਵੇਂ ਅਸੀਂ ਜਿਹੜਾ ਅੱਗੇ ਮਾਰਗ ਤੇ ਚੱਲਦੇ ਸੀ, ਤੇ ਉਸ ਮਾਰਗ ਤੇ ਚੱਲਦਿਆਂ ਹੋਇਆਂ ਅਸੀਂ ਕਹਿੰਦੇ ਸੀ ਕਿ ਮਾਲਕ ਨਾਲ ਮਿਲਾਪ ਹੋ ਜੇ, ਜਿਹਨੂੰ ਧਾਤ ਦਾ ਮਾਰਗ ਕਹਿ ਦਿੱਤਾ ਹੈ। ਜਿੱਥੇ ਅਸੀਂ ਲੁੱਟੇ ਜਾਂਦੇ ਸੀ ਵਾਰ-ਵਾਰ, ਉਹ ਸੰਤ ਜਨਾਂ ਨੇ, ਉਹ ਮਹਾਂਪੁਰਖਾਂ ਨੇ, ਉਹ ਸਾਧੂ ਜਨਾਂ ਨੇ ਸਾਨੂੰ ਉਹ ਮਾਰਗ ਛਡਾ ਦਿੱਤਾ ਆ, ਜਿਹੜਾ ਆਪਾਂ ਨੂੰ ਸਮਝਾਉਂਦੇ ਨੇ। ਜਹ ਪੈਂਡੇ ਲੂਟੀ ਪਨਹਾਰੀ ਸੋ ਮਾਰਗ, ਸੰਤਨ ਦੁਰਾਰੀ, ਸਾਨੂੰ ਉਹ ਮਾਰਗ ਛਡਾ ਕੇ ਇਹ ਲਿਵ ਦੇ ਮਾਰਗ ਤੇ ਤੋਰਿਆ। ਸੋ ਆਪਾਂ ਕੋਸ਼ਿਸ਼ ਕਰਨੀ ਹੁਣ, ਜਿਵੇਂ ਜਿਵੇਂ ਆਪਾਂ ਨੂੰ ਸਮਝ ਆਉਂਦੀ ਆਪਾਂ ਇਹ ਮਾਰਗ ਨੂੰ ਤੈਅ ਕਰਨਾ ਹੈ। ਕਿਉਂਕਿ ਗੁਰਮੁਖ ਆਪਾਂ ਨੂੰ ਸਮਝਾ ਰਹੇ ਸੀ ਕਿ ਸਿਮਰਨ ਤੋਂ ਬਿਨਾਂ, ਇਹ ਸੱਚ ਬੋਲਣ ਤੋਂ ਬਿਨਾਂ ਛੁਟਕਾਰਾ ਨਹੀਂ ਸਾਡਾ ਹੁੰਦਾ। ਕਹਿੰਦੇ ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਭਜਨ ਤੋਂ ਬਿਨਾਂ, ਇਹ ਸਿਮਰਨ ਤੋਂ ਬਿਨਾਂ ਕੂੜ ਤੋਂ ਨਹੀਂ ਛੁੱਟਿਆ ਜਾਣਾ, ਇਹ ਮਾਇਆ ਤੋਂ ਨਹੀਂ ਨਿਕਲਿਆ ਜਾਣਾ। ਇਸ ਕਰਕੇ ਆਪਾਂ ਨੂੰ ਗਿਆਨ ਦਿੱਤਾ ਆ, ਇਹ ਕੂੜ ਦੇ ਵਿੱਚੋਂ, ਇਹ ਮਾਇਆ ਤੋਂ ਰਹਿਤ ਹੋਣ ਵਾਸਤੇ, ਇਹ ਤ੍ਰੈ ਗੁਣਾ ਤੋਂ ਅਤੀਤ ਹੋਣ ਵਾਸਤੇ ਸਾਡੇ ਵੱਡੇ ਭਾਗ ਨੇ। ਐਸੇ ਮਹਾਂਪੁਰਖ ਸਾਨੂੰ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਸਤਿਗੁਰ ਦੀ ਬਾਣੀ ਰਾਹੀਂ ਜੀਵਨ ਦੀ ਜਾਚ ਸਮਝਾਈ, ਬੋਲਣਾ ਸਮਝਾਇਆ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਹੜਾ ਆਪਾਂ ਜੁੜ ਬੈਠੇ, ਉਹਨਾਂ ਦੀ ਕਿਰਪਾ ਦੇ ਨਾਲ ਜੋ ਉਹਨਾਂ ਨੇ ਗਿਆਨ ਦਿੱਤਾ, ਜੋ ਉਹਨਾਂ ਨੇ ਆਪਣੇ ਵਾਸਤੇ ਇਹ ਸਕੂਲ ਬਣਾ ਕੇ ਆਪਾਂ ਨੂੰ ਦਿੱਤਾ, ਇਹ ਘਰ ਬਣਾ ਕੇ ਦਿੱਤਾ, ਉਹਨਾਂ ਦੇ ਬਖਸ਼ਿਸ਼ ਸਦਕਾ, ਉਹਨਾਂ ਦੀ ਕਿਰਪਾ ਸਦਕਾ ਆਪਾਂ ਸਾਰੇ ਜੁੜ ਬੈਠੇ ਹਾਂ। ਸੋ ਆਪਾਂ ਜੋ ਉਹਨਾਂ ਨੇ ਆਪਾਂ ਨੂੰ ਸਤਿਗੁਰ ਦੀ ਬਾਣੀ ਦਾ ਗਿਆਨ ਦਿੱਤਾ, ਹੁਣ ਆਪਾਂ ਉਹਨੂੰ ਦ੍ਰਿੜ ਕਰਨਾ ਹੈ। ਤਾਂ ਹੀ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ
ਤਰੀ ਹੈ। ਪਾਤਸ਼ਾਹ ਕਹਿੰਦੇ ਜਿਹੜੇ ਸੰਤਾਂ ਦੇ ਬਚਨਾਂ ਨੂੰ ਕਮਾ ਜਾਂਦੇ ਨੇ, ਜਿਨ੍ਹਾਂ ਨੂੰ ਸੰਤਾਂ ਦੇ ਮਹਾਂਪੁਰਖਾਂ ਦੇ ਬਚਨਾਂ ਤੇ ਪ੍ਰਤੀਤ ਆ ਜਾਂਦੀ, ਉਹ ਪਾਰ ਹੋ ਜਾਂਦੇ ਨੇ। ਤੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਉਂਦੀ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਆਉਂਦਾ, ਉਹ ਫਿਰ ਆਪਣੀ ਆਪਣੀ ਮਤ ਅਨੁਸਾਰ ਫਿਰ ਆਪਣਾ ਇਹ ਜੀਵਨ ਦਾ ਲਾਹਾ ਨਹੀਂ ਲੈਂਦੇ, ਲਾਹਾ ਨਹੀਂ ਖੱਟਦੇ। ਸੋ ਸਤਿਗੁਰ ਕਿਰਪਾ ਕਰਨ, ਜੋ ਮਹਾਂਪੁਰਖਾਂ ਨੇ ਆਪਾਂ ਨੂੰ ਇਹ ਉਪਦੇਸ਼ ਦ੍ਰਿੜ ਕਰਾਏ ਨੇ, ਇਹ 8 ਦਿਨ ਲਗਾਤਾਰ ਆਪਾਂ ਇਹ ਦ੍ਰਿੜ ਕਰਨਾ ਆ। ਜਿਹੜੇ ਗੁਰਮੁਖਾਂ ਨੂੰ ਹੁਣ ਲੋੜ ਆ, ਲੋਚਦੇ ਨੇ ਕਿ ਅਸੀਂ ਵੱਧ ਤੋਂ ਵੱਧ ਅਭਿਆਸ ਕਰਨਾ, ਆਪਣੇ ਗੁਰਮੁਖ ਸੰਤ ਸਿਪਾਹੀ ਵਿੱਚ ਬੈਠੇ ਨੇ, ਇਹਨਾਂ ਦਾ ਆਪਾਂ ਸੰਗ ਕਰਦਿਆਂ ਹੋਇਆਂ ਨਾਲ ਨਾਲ ਸ਼ਬਦ ਦੀ ਵਿਚਾਰ ਤੇ ਕੋਸ਼ਿਸ਼ ਕਰਨੀ ਹੈ ਇਹ ਮੰਤਰ ਨੂੰ ਵੱਧ ਤੋਂ ਵੱਧ ਆਪਾਂ ਦ੍ਰਿੜ ਕਰੀਏ। ਕਿਉਂਕਿ ਗਿਆਨ ਤੋਂ ਬਾਅਦ ਆਪਾਂ ਧਿਆਨ ਦੇ ਵਿੱਚ ਜਾਣਾ। ਜੋ ਆਪਾਂ ਨੂੰ ਗਿਆਨ ਦੇ ਦਿੱਤਾ, ਵੀ ਹੁਣ ਤਰੀਕਾ ਦੱਸ ਦਿੱਤਾ ਆਪਾਂ ਨੂੰ ਬੋਲਣ ਦਾ, ਵੀ ਆਪਾਂ ਸਵਾਸ ਗ੍ਰਾਸ ਸਿਮਰਨ ਕਰਨਾ ਹੈ। ਜਦੋਂ ਸਵਾਸ ਅੰਦਰ ਜਾਂਦਾ, ਜਦੋਂ ਸਵਾਸ ਬਾਹਰ ਆਉਂਦਾ, ਅੰਦਰ ਜਾਣ ਤੇ ਵਾਹਿ ਸ਼ਬਦ ਦਾ ਉਚਾਰਨ, ਗਗਨ ਆਉਣ ਤੇ ਗੁਰੂ ਸ਼ਬਦ ਦਾ ਉਚਾਰਨ, ਧਿਆਨ ਆਪਣੀ ਆਵਾਜ਼ ਦੇ ਵਿੱਚ, ਨੇਤਰ ਆਪਾਂ ਬੰਦ ਕਰ ਲੈਣੇ ਤਾਂ ਕਿ ਮਾਇਆ ਤੋਂ ਖਹਿੜਾ ਛੁੱਟ ਜੇ, ਜਿਹੜਾ ਦੇਖ ਦੇਖ ਇਹਦੇ ਵਿੱਚ ਫਸ ਜਾਂਦੇ ਆਪਾਂ। ਤੇ ਜਦੋਂ ਆਪਾਂ ਇਹ ਸ਼ਬਦ ਨਾਲ ਜੁੜ ਜਾਾਂਗੇ ਤੇ ਹੌਲੀ ਹੌਲੀ ਮਾਇਆ ਤੋਂ ਮਨ ਨਿਰਲੇਪ ਹੋਣਾ ਸ਼ੁਰੂ ਹੋ ਜਾਏਗਾ। ਇਹ ਸਾਡਾ ਮਨ ਆਪਣੇ ਘਰ ਨੂੰ ਜਾਣਾ ਸ਼ੁਰੂ ਕਰ ਦੇਗਾ। ਸੋ ਆਪਾਂ ਕੋਸ਼ਿਸ਼ ਕਰਨੀ ਹੈ ਇੱਧਰ ਉੱਧਰ ਜਾਣ ਦੀ ਬਜਾਏ, ਕਿਉਂਕਿ ਆਪਾਂ ਦੇਖਦੇ ਹਾਂ ਕਈ ਗੁਰਮੁਖ ਕਮਰੇ ਜਿਹੜੇ ਮਿਲੇ ਹੋਏ ਨੇ ਨਾ, ਜਿੰਨਾ ਚਿਰ ਆਪਾਂ ਕਮਰਿਆਂ ਦੇ ਵਿੱਚ ਜਾਣ ਦੀ ਮਨ ਨੂੰ ਤਾਂ ਗਿਆ, ਕਿਉਂਕਿ ਸਮਾਂ ਕੱਢ ਹੀ ਲੈਂਦੇ ਆਪਾਂ, ਜੀ ਕਰਦਾ ਆ ਜਾਈਏ ਉੱਥੇ ਝਟ ਕੇ ਆਰਾਮ ਕਰ ਲਈਏ। ਤੇ ਇੱਥੇ ਆਪਾਂ ਆਰਾਮ ਕਰਨਾ ਹੈ। ਜਿੰਨੇ ਜ਼ਿਆਦਾ ਆਪਾਂ ਇਸ ਦੀਵਾਨ ਹਾਲ ਵਿੱਚ ਰਵਾਂਗੇ, ਸ਼ਬਦ ਦਾ ਅਭਿਆਸ ਕਰਦੇ ਰਵਾਂਗੇ, ਉਨੀ ਸਾਡੇ ਤੇ ਕਿਰਪਾ ਹੋਈ ਜਾਣੀ, ਕਿਉਂਕਿ ਛੁੱਟਿਆ ਜਾਣਾ ਸ਼ਬਦ ਦੀ ਕਮਾਈ ਦੁਆਰਾ। ਸੋ ਉਹ ਹੁਣ ਆਪਾਂ 7-8 ਦਿਨ ਜਿਹੜੇ ਆਪਣੇ ਕੋਲ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਆਪਾਂ ਲਾਹਾ ਲੈਣਾ ਸਾਰਿਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਗੁਰੂ ਬਖਸ਼ਣ ਜੋਖਾਂ ਨੂੰ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।